friends, today we start the topic gene interaction. Firstly, what is gene interaction? When expression of one gene depend on presence or absence of another gene in an individual. ਕਹਿੰਦੇ ਜਦੋਂ ਜਿਹੜਾ ਇੱਕ ਜੀਨ ਹੈਗਾ ਉਹਦਾ ਮਤਲਬ ਕੀ ਇੰਪੈਕਟ ਪਊਗਾ ਉਹ ਡਿਪੈਂਡ ਕਰੇ ਦੂਸਰੇ ਜੀਨ ਦੀ ਪ੍ਰੈਜੈਂਸ ਜਾਂ ਫਿਰ ਐਬਸੈਂਸ ਦੇ ਉੱਤੇ। ਠੀਕ ਹੈ, ਉਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਜੀਨ ਇੰਟਰੈਕਸ਼ਨ। ਇਹ ਕਦੋਂ ਹੁੰਦੀ ਆ? ਇਟ ਅਕਰ ਵੈਨ 2 or more ਡਿਫਰੈਂਟ ਜੀਨ ਆਊਟਕਮ ਇਨ ਸਿੰਗਲ ਟ੍ਰੇਟ। ਕਹਿੰਦੇ ਜਦੋਂ 2 ਜਾਂ 2 ਤੋਂ ਵੱਧ ਜਿਹੜੇ ਜੀਨਸ ਨੂੰ ਇੱਕ ਟ੍ਰੇਟ ਦੇ ਵਿੱਚ ਆ ਜਾਣ ਉਦੋਂ ਆਪਾਂ ਕਹਿੰਦੇ ਹਾਂ ਕਿ ਜੀਨ ਇੰਟਰੈਕਸ਼ਨ ਹੋ ਰਹੀ ਆ, ਮਤਲਬ ਕਿ ਉਹ ਇੱਕ ਦੂਜੇ ਨਾਲ ਇੰਟਰੈਕਟ ਕਰ ਰਹੇ ਨੇ। ਅਤੇ ਹੁਣ ਆਪਾਂ ਫਸਟਲੀ ਦੇਖਦੇ ਹਾਂ ਕੰਪਲੀਟ ਡੋਮੀਨੈਂਸ। ਕੰਪਲੀਟ ਡੋਮੀਨੈਂਸ ਕੀ ਹੁੰਦੀ ਆ? ਜਿਹੜਾ ਮੈਂਡਲ ਸੀਗਾ ਉਹਨੇ ਲਾ ਦਿੱਤਾ ਸੀ ਫਸਟ ਲਾ ਸੀ ਡੋਮੀਨੈਂਸ। ਠੀਕ ਹੈ, ਉਹਦੇ ਵਿੱਚ ਸੀਗਾ ਕਿ ਉਹ ਕਹਿ ਰਿਹਾ ਸੀ ਕਿ ਜਦੋਂ ਜਿਹੜੇ ਜੀਨਸ ਨੇ ਉਹ ਪ੍ਰੈਜੈਂਟ ਹੋਣ ਤਾਂ ਉਹਦੇ ਵਿੱਚੋਂ ਇੱਕ ਆਪਣੇ ਆਪ ਨੂੰ ਐਕਸਪ੍ਰੈਸ ਕਰ ਜੂਗਾ, ਦੂਜਾ ਸਪਰੈਸ ਹੋ ਜੂਗਾ। ਆਪਾਂ ਇਹਨੂੰ ਐਗਜ਼ਾਮਪਲ ਦੀ ਤਰ੍ਹਾਂ ਦੇਖਦੇ ਹਾਂ। ਸਪੋਜ਼ ਜਿਹੜੇ ਪੇਰੈਂਟਸ ਨੇ ਉਹਦੇ ਵਿੱਚ ਇੱਕ ਰੈੱਡ ਫਲਾਵਰ ਲੈ ਲਿਆ, ਇੱਕ ਲੈ ਲਿਆ ਵਾਈਟ ਫਲਾਵਰ। ਠੀਕ ਹੈ, ਇੱਕ ਰੈੱਡ ਫਲਾਵਰ ਇੱਕ ਵਾਈਟ ਫਲਾਵਰ। ਜਿਹੜਾ ਹੁਣ ਰੈੱਡ ਫਲਾਵਰ ਆ ਉਹਨੂੰ ਆਪਾਂ ਲੈ ਲੈਂਦੇ ਹਾਂ RR, ਇਹਨੂੰ ਲੈ ਲੈਂਦੇ ਹਾਂ RR। ਠੀਕ ਹੈ, ਇਹਨੂੰ ਬਿਗ ਆਰ ਲੈ ਲਿਆ, ਇਹਨੂੰ ਸਮੋਲ ਆਰ। ਅਤੇ ਜਦੋਂ ਆਪਾਂ ਇਹਨੂੰ ਕਰੋਸਿੰਗ ਕਰਵਾਵਾਂਗੇ ਤਾਂ ਆਪਣੇ ਕੋਲ ਆ ਜੂਗਾ RR। ਠੀਕ ਹੈ, ਤਾਂ ਇਹ ਜਿਹੜਾ ਇਹ ਕੀ ਪ੍ਰੋਡਿਊਸ ਕਰੂਗਾ? ਹੁਣ ਦੇਖੋ ਆਪਾਂ ਕਹਿ ਰਹੇ ਸੀ ਕਿ ਡੋਮੀਨੈਂਸ ਲਾ ਉਹ ਹੁੰਦਾ ਕਿ ਜਦੋਂ ਜਿਹੜਾ ਇੱਕ ਆ ਉਹ ਆਪਣੇ ਆਪ ਨੂੰ ਡੋਮੀਨੈਂਸ ਕਰੇ, ਮਤਲਬ ਕਿ ਜਿਹੜੀ ਆਹ R ਆ ਜਿਹੜਾ ਇਹਦਾ ਰਿਸਪੋਂਸ ਆ, ਮਤਲਬ ਕਿ ਆਹ R ਨੇ ਹੁਣ ਰੈੱਡ ਫਲਾਵਰ ਪ੍ਰੋਡਿਊਸ ਕਰਨੇ ਆ ਅਤੇ ਆਹ R ਨੇ ਵਾਈਟ ਫਲਾਵਰ ਪ੍ਰੋਡਿਊਸ ਕਰਨੇ ਆ। ਤਾਂ ਆਹ R ਇਹਨੂੰ ਦਬਾ ਦੂਗਾ ਕਿ ਤੂੰ ਵਾਈਟ ਫਲਾਵਰ ਨਹੀਂ ਪ੍ਰੋਡਿਊਸ ਕਰਨੇ, ਮੈਂ ਹੀ ਰੈੱਡ ਫਲਾਵਰ ਕਰੂੰਗਾ। ਠੀਕ ਹੈ, ਤਾਂ ਜਦੋਂ ਇਹ ਦੋਨੇ ਇੱਦਾਂ ਹਾਈਡਰੋਜਾਈਗਸ ਕੰਡੀਸ਼ਨ ਦੇ ਵਿੱਚ ਆ ਜਾਂਦੇ, ਮਤਲਬ ਕਿ ਜਿੱਥੇ ਜਿਹੜੀ ਕੈਪੀਟਲ R ਆ ਉਹ ਹੋਵੇ ਤਾਂ ਉਹ ਰੈੱਡ ਫਲਾਵਰ ਪ੍ਰੋਡਿਊਸ ਕਰੂਗੀ। ਠੀਕ ਹੈ, ਤਾਂ ਇੱਥੇ ਰੈੱਡ ਫਲਾਵਰ ਆ ਗਿਆ। ਹੁਣ ਆਪਾਂ ਜੇ ਇਹਦਾ ਕ੍ਰੋਸ ਦੇਖੀਏ F2 ਜਨਰੇਸ਼ਨ ਦੇ ਵਿੱਚ ਤਾਂ ਉਹ ਕੀ ਬਣੂਗਾ ਕਿ R। ਠੀਕ ਹੈ, ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਨੋਰਮਲੀ ਜਿਹੜੇ ਕਰੈਕਟਰ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੀ ਕ੍ਰੋਸਿੰਗ ਕਰਵਾਉਂਦੇ ਹਾਂ। ਜਿਹੜੇ ਆਹ ਦੇਖੋ ਆਪਣੇ ਕੋਲ ਗੈਮੇਟਸ ਬਣ ਗਏ ਸੀ F1 ਜਨਰੇਸ਼ਨ ਦੇ ਵਿੱਚ RR ਅਤੇ ਇੱਕ R ਇੱਧਰ ਲਿਖ ਲਈ, ਇੱਕ ਓਕਣੀ ਸੇਮ ਇੱਧਰ ਲਿਖ ਲਈ। ਹੁਣ ਇਹਦੇ ਵਿੱਚ ਆਪਾਂ ਦੇਖੋ ਕਿ ਇਹਦੇ ਵਿੱਚ ਆਪਾਂ ਨੋਰਮਲੀ ਇਹਨੂੰ ਇਹਦੇ ਨਾਲ ਮਲਟੀਪਲਾਈ ਕਰਾ ਦੇਣਾ, ਫਿਰ ਇਹਨੂੰ ਇਹਦੇ ਨਾਲ। ਠੀਕ ਹੈ, ਇਹਨਾਂ ਦੋਨਾਂ ਦਾ ਪ੍ਰੋਡਕਟ ਉਰੇ ਆ ਜੂ, ਜਿਵੇਂ RR ਤਾਂ ਉਰੇ ਆ ਜੂਗਾ RR। ਠੀਕ ਹੈ, ਇਹਨੂੰ ਇਹਦੇ ਨਾਲ ਮਲਟੀਪਲਾਈ ਕਰਾ ਕੇ ਇੱਥੇ ਆ ਜੂਗਾ RR, ਇਹਨੂੰ ਸੇਮ ਇਹਨੂੰ ਅਤੇ ਇਹਨੂੰ RR ਅਤੇ ਇਹਨੂੰ ਅਤੇ ਇਹਨੂੰ RR। ਹੁਣ ਕਹਿੰਦੇ ਲਾ ਆਫ ਡੋਮੀਨੈਂਸ ਕਹਿੰਦਾ ਸੀ ਕਿ ਜਿਹੜਾ ਰੈੱਡ ਆ ਇਹਨਾਂ ਦੋਨਾਂ ਕਰੈਕਟਰਾਂ ਦੇ ਵਿੱਚੋਂ ਇੱਕ ਆਪਣੇ ਆਪ ਨੂੰ ਡੋਮੀਨੈਂਸ ਕਰ ਜੂਗਾ। ਹੁਣ ਜਿਹੜਾ R ਆ ਹੈ ਨਾ ਉਹ ਡੋਮੀਨੈਂਸ ਕਰੂਗਾ, ਆਪਾਂ ਇੱਥੇ ਕੈਪੀਟਲ R ਦੇ ਨਾਲ ਉਹਨੂੰ ਡੋਨੇਟ ਕਰ ਰਹੇ ਹਾਂ। ਤਾਂ ਇਹਦੇ ਵਿੱਚ ਦੇਖੋ ਹੁਣ ਡੋਮੀਨੈਂਟ ਉਹ ਕਰੂਗਾ ਚਾਹੇ ਆਹ ਵਾਲੀ ਕੰਡੀਸ਼ਨ ਹੋਵੇ ਚਾਹੇ ਆਹ ਵਾਲੀ। ਠੀਕ ਹੈ, ਇਹ ਕੰਪਲੀਟ ਡੋਮੀਨੈਂਸ ਇਹਨੂੰ ਕਹਿੰਦੇ ਆ ਕਿ ਜਦੋਂ ਚਾਹੇ ਹੈਟਰੋਜਾਈਗਸ ਕੰਡੀਸ਼ਨ ਹੋਵੇ ਚਾਹੇ ਹੋਮੋਜਾਈਗਸ, ਉਹਦਾ ਜਿਹੜਾ ਕਲਰ ਆ ਉਹ ਰੈੱਡ ਹੀ ਰਹੂਗਾ। ਤਾਂ ਹੁਣ ਇੱਥੇ ਦੇਖੋ ਜਿਹੜਾ ਫਸਟ ਹੈਗਾ ਉਹਦੇ ਵਿੱਚ ਕੀ ਆ ਕਿ ਜਿਹੜੀ RR ਹੈਗਾ ਇਹ ਵੀ ਰੈੱਡ ਕਲਰ ਰਹੂਗਾ। ਠੀਕ ਹੈ, ਜਿਹੜੀ ਆਹ R ਆ ਇਹ ਵੀ ਰੈੱਡ ਰਹੂ, ਆਹ ਵੀ ਰੈੱਡ ਰਹੂ, ਬਟ ਜਿਹੜਾ ਆਹ ਇਹ ਵਾਈਟ ਕਲਰ ਪ੍ਰੋਡਿਊਸ ਕਰੂ। ਇਹ ਵਾਈਟ ਇਸ ਕਰਕੇ ਕਰੂਗਾ ਕਿਉਂਕਿ ਇਹਦੇ ਵਿੱਚ ਜਿਹੜੀ ਦੋਨੇ ਸਮੋਲ R ਨੇ ਅਤੇ ਆਹ ਇਹਨੇ ਆਪਣੇ ਆਪ ਨੂੰ ਡੋਮੀਨੈਂਸ ਕੀਤਾ ਹੀ ਨਹੀਂ ਗਾ। ਠੀਕ ਹੈ, ਤਾਂ ਮਤਲਬ ਕਿ ਹੁਣ ਜੇ ਕੋਈ ਪ੍ਰੋਜਨੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ 75% ਚਾਂਸ ਨੇ ਕਿ ਉਹ ਰੈੱਡ ਫਲਾਵਰ ਪ੍ਰੋਡਿਊਸ ਕਰੂ, ਸਿਰਫ 25% ਚਾਂਸ ਨੇ ਕਿ ਉਹ ਵਾਈਟ ਫਲਾਵਰ ਪ੍ਰੋਡਿਊਸ ਕਰੂ। ਠੀਕ ਹੈ, ਜੇ ਆਪਾਂ ਹੁਣ ਇਹਦੀ ਫਿਨੋਟਿਪੀ ਦੇਖੀਏ, ਜੇ ਫਿਨੋਟਾਈਪਿਕ ਰੇਸ਼ੋ ਦੇਖੀਏ, ਫਿਨੋਟਾਈਪਿਕ ਹੁੰਦਾ ਕਿ ਇੱਕ ਚੀਜ਼ ਦੀ ਫਿਜ਼ੀਕਲ ਅਪੀਅਰੈਂਸ ਕਿਹੋ ਜਿਹੀ ਆਪਾਂ ਨੂੰ ਫਿਜ਼ੀਕਲੀ ਕਿਸ ਤਰ੍ਹਾਂ ਦਾ ਦਿਖ ਰਿਹਾ। ਠੀਕ ਹੈ, ਤਾਂ ਆਪਾਂ ਨੂੰ ਦਿਖਣ ਨੂੰ ਆ ਤਿੰਨੇ ਰੈੱਡ ਫਲਾਵਰ ਦਿਖ ਰਹੇ ਨੇ। ਠੀਕ ਹੈ, ਤਾਂ ਰੈੱਡ ਆਪਾਂ ਲਿਖਾਂਗੇ ਰੈੱਡ ਰੇਸ਼ੋ ਵਾਈਟ, ਤਾਂ ਉਹਦੀ ਫਿਜ਼ੀਕਲ ਆ ਜਾਊ 3:1। ਠੀਕ ਹੈ, ਇਹ ਗਿਆ ਕੰਪਲੀਟ ਡੋਮੀਨੈਂਸ। ਅਤੇ ਜੇ ਆਪਾਂ ਇੱਥੇ ਜ਼ੀਨੋਟਾਈਪਿਕ ਰੇਸ਼ੋ ਦੀ ਗੱਲ ਕਰੀਏ, ਜ਼ੀਨੋਟਾਈਪ ਹੁੰਦਾ ਕਿ ਜਿਹੜਾ ਜੀਨਸ ਨਾਲ ਰਿਲੇਟਡ ਕਰਦਾ ਕਿ ਜਿਹੜੇ ਜੀਨਸ ਨੇ ਉਹਦੇ ਵਿੱਚ ਉਹ ਕਿਹੋ ਜਿਹੇ ਪ੍ਰੈਜੈਂਟ ਨੇ ਅਤੇ ਉਹ ਕਿੱਦਾਂ ਟਰਾਂਸਮਿਟ ਅੱਗੇ ਹੋ ਰਹੇ ਨੇ। ਹੁਣ ਜਿਹੜੇ ਦੇਖੋ ਆਹ ਦੋਨੇ ਸੀਗੇ, ਆਹ ਜੀਨਸ ਸੀਗੇ। ਠੀਕ ਹੈ, ਇਹ ਜੀਨਸ ਨੇ ਕੀ ਕੀਤਾ, ਹੁਣ ਜੇ ਆਪਾਂ ਇਹਦੇ ਵਿੱਚ ਦੇਖਦੇ ਹਾਂ ਤਾਂ ਇਹਦੇ ਵਿੱਚ ਜਿਹੜੇ ਫਲਾਵਰ ਨੇਗੇ ਇੱਕ ਤਾਂ ਹੋਮੋਜਾਈਗਸ ਰੈੱਡ ਆ, ਮਤਲਬ ਕਿ ਦੋਨਾਂ ਦੇ ਵਿੱਚ ਜਿਹੜੀ ਕੈਪੀਟਲ R ਆ ਉਹ ਆ, ਇੱਕ ਦੇ ਵਿੱਚ ਦੋਨਾਂ ਦੇ ਵਿੱਚ ਸਮੋਲ R ਆ। ਠੀਕ ਹੈ, ਇਹਦੇ ਵਿੱਚ ਬੇਸ਼ੱਕ ਇਹ ਰੈੱਡ ਫਲਾਵਰ ਆ ਬਟ ਇਹਦੇ ਵਿੱਚ ਇੱਕ ਕੈਪੀਟਲ ਆ ਇੱਕ ਸਮੋਲ ਆ, ਅਤੇ ਇਸ ਕਰਕੇ ਹੈਟਰੋਜ਼ਾਈਗਸ ਰੈੱਡ ਬਣ ਜੂਗਾ। ਠੀਕ ਹੈ, ਤਾਂ ਬਣੂਗਾ ਹੋਮੋਜਾਈਗਸ ਰੈੱਡ, ਇਹਦੇ ਬਣੂਗਾ ਇੱਕ ਪਲਾਂਟ। ਠੀਕ ਹੈ, ਅਤੇ ਹੈਟਰੋਜਾਈਗਸ ਹੈਟਰੋ ਦਾ ਬਣ ਜੂਗਾ 2 ਪਲਾਂਟ, ਅਤੇ ਹੋਮੋ ਰਿਸੈਸਿਵ ਜਾਂ ਫਿਰ ਵਾਈਟ। ਠੀਕ ਹੈ,
ਇਹਦਾ ਇਹ ਬਣੂਗਾ ਇੱਕ ਪਲਾਂਟ। ਠੀਕ ਹੈ, ਤਾਂ ਜੇ ਆਪਾਂ ਜੀਨੋਟਾਈਪਿਕ ਰੇਸ਼ੋ ਦੇਖੀਏ ਤਾਂ ਉਹ ਆ ਗਈ 1:2:1। ਠੀਕ ਹੈ, ਤਾਂ ਇਹਨੂੰ ਆਪਾਂ ਕਹਿੰਦੇ ਹਾਂ ਕੰਪਲੀਟ ਡੋਮੀਨੈਂਸ, ਕਿ ਜਦੋਂ ਜਿਹੜਾ ਇੱਕ ਕਰੈਕਟਰ ਆ ਉਹ ਆਪਣੇ ਆਪ ਨੂੰ ਕੰਪਲੀਟਲੀ ਡੋਮੀਨੇਟ ਕਰ ਦੇਵੇ ਦੂਜੇ ਦੇ ਉੱਪਰ। ਠੀਕ ਹੈ, ਮਤਲਬ ਕਿ ਜਦੋਂ ਇੱਕ ਆਰ ਪ੍ਰੈਜੈਂਟ ਆ ਤਾਂ ਹਮੇਸ਼ਾ ਉਹੀ ਡੋਮੀਨੇਟ ਕਰੂਗਾ, ਜਦੋਂ ਆਰ ਵੱਡੀ ਨਹੀਂ ਹੈਗੀ ਤਾਂ ਛੋਟੀ ਆ ਜਿਹੜੀ ਉਹ ਕਰ ਦੂਗੀ। ਠੀਕ ਹੈ, ਨੈਕਸਟ ਉਹ ਆ ਗਿਆ ਇਨਕੰਪਲੀਟ ਡੋਮੀਨੈਂਸ। ਇਨਕੰਪਲੀਟ ਡੋਮੀਨੈਂਸ ਕੀ ਹੁੰਦਾ? ਹੁਣ ਜਿਹੜਾ ਪਹਿਲਾਂ ਤਾਂ ਆਪਾਂ ਦੇਖਿਆ ਕਿ ਜਦੋਂ ਰੈੱਡ ਫਲਾਰ ਅਤੇ ਵਾਈਟ ਫਲਾਰ ਮਿਕਸ ਹੋਣਗੇ ਤਾਂ ਉਹਦੇ ਨਾਲ ਹਮੇਸ਼ਾ ਰੈੱਡ ਫਲਾਰ ਬਣੂਗਾ। ਠੀਕ ਹੈ, ਮਤਲਬ ਕਿ ਇੱਕ ਕਰੈਕਟਰ ਹੀ ਡੋਮੀਨੇਟ ਕਰੂਗਾ। ਬਟ ਇਨਕੰਪਲੀਟ ਡੋਮੀਨੈਂਸ ਦੇ ਵਿੱਚ ਕੀ ਹੁੰਦਾ ਕਿ ਸੇਮ ਉਹਦਾ ਵੀ ਕ੍ਰੋਸ ਆਹੀ ਬਣੂਗਾ, ਬਟ ਇੱਥੇ ਰੈੱਡ ਦੀ ਥਾਂ 'ਤੇ ਇਨਕੰਪਲੀਟ ਦੇ ਵਿੱਚ ਜਿਹੜਾ ਕਲਰ ਆ ਉਹ ਪਿੰਕ ਆ ਜੂਗਾ। ਮਤਲਬ ਕਿ ਜੇ ਆਪਾਂ ਰੈੱਡ ਪਲੱਸ ਵਾਈਟ ਫਲਾਰ ਨੂੰ ਕ੍ਰੋਸ ਕਰਦੇ ਹਾਂ ਤਾਂ ਉਹਦੇ ਨਾਲ ਜਿਹੜਾ ਪਿੰਕ ਕਲਰ ਆ ਉਹ ਪ੍ਰੋਡਿਊਸ ਹੋ ਜੂਗਾ। ਠੀਕ ਹੈ, ਮਤਲਬ ਕਿ ਇਹ ਇਨਕੰਪਲੀਟ ਡੋਮੀਨੈਂਸ ਉਹ ਪ੍ਰੋਸੈਸ ਹੁੰਦਾ ਕਿ ਜਿਹਦੇ ਵਿੱਚ ਜਿਹੜਾ ਆਹ ਦੋਨੇ ਕਰੈਕਟਰ ਨੇ ਰੈੱਡ ਜਾਂ ਵਾਈਟ, ਡੋਮੀਨੈਂਸ ਤਾਂ ਕਹਿ ਰਿਹਾ ਸੀ ਕਿ ਜਾਂ ਤਾਂ ਰੈੱਡ ਆਪਣੇ ਆਪ ਨੂੰ ਐਕਸਪ੍ਰੈਸ ਕਰ ਜੂਗਾ, ਠੀਕ ਹੈ, ਜਾਂ ਫਿਰ ਵਾਈਟ। ਜਿਵੇਂ ਹੁਣ ਇਹਦੇ ਵਿੱਚ ਆਹ ਤਿੰਨੇ ਰੈੱਡ ਆਪਣੇ ਆਪ ਨੂੰ ਐਕਸਪ੍ਰੈਸ ਕਰਕੇ ਇਹਦੇ ਵਿੱਚ ਵਾਈਟ। ਬਟ ਇਹਦੇ ਵਿੱਚ ਕੀ ਹੋਊ ਕਿ ਜੇ ਦੋਨੋਂ ਹੈਟਰੋਜ਼ਾਈਗਸ ਕੰਡੀਸ਼ਨ ਦੇ ਵਿੱਚ ਹੋਣਗੇ ਤਾਂ ਉਹ ਨਵਾਂ ਪਲਾਂਟ ਪ੍ਰੋਡਿਊਸ ਕਰ ਦੇਣਗੇ ਪਿੰਕ। ਜਿਵੇਂ ਹੁਣ ਆਹ ਦੇਖੋ, ਇਹਦੇ ਨਾਲ ਹੀ ਆਪਾਂ ਇਹਦੀ ਐਗਜ਼ਾਮਪਲ ਵੀ ਸਮਝ ਲੈਂਦੇ ਹਾਂ ਇਨਕੰਪਲੀਟ ਦੀ ਵੀ। ਜਿਵੇਂ ਹੁਣ ਕੰਪਲੀਟ ਦੇ ਵਿੱਚ ਰੈੱਡ ਫਲਾਰ ਅਤੇ ਵਾਈਟ ਫਲਾਰ ਨੂੰ ਮਿਕਸ ਕਰੇ ਅਤੇ ਆਰ ਬਣਿਆ ਸੀ, ਬਟ ਜਿਹੜੀ ਇਹਦੀ ਇਨਕੰਪਲੀਟ ਡੋਮੀਨੈਂਸ ਆ ਉਹਦੇ ਵਿੱਚ ਕਹਿੰਦਾ ਕਿ ਜਦੋਂ ਆਹ ਵਾਲੀ ਕੰਡੀਸ਼ਨ ਆਊਗੀ ਤਾਂ ਇਹਦੇ ਨਾਲ ਪਿੰਕ ਫਲਾਰ ਬਣੂ। ਠੀਕ ਹੈ, ਮਤਲਬ ਕਿ ਜਦ ਇਨਕੰਪਲੀਟ ਡੋਮੀਨੈਂਸ ਉਹਦੇ ਵਿੱਚ ਇੱਥੋਂ ਜਿਹੜਾ ਰੈੱਡ ਫਲਾਰ ਨਹੀਂ ਬਣੂ, ਪਿੰਕ ਬਣੂ। ਮਤਲਬ ਕਿ ਜਿਵੇਂ ਆਪਾਂ ਕਹਿ ਦਈਏ ਕਿ ਆਪਾਂ ਰੈੱਡ ਅਤੇ ਵਾਈਟ ਕਲਰ ਨੂੰ ਮਿਕਸਅਪ ਕਰਤਾ ਤਾਂ ਉਹ ਪਿੰਕ ਕਲਰ ਬਣ ਗਿਆ। ਮਤਲਬ ਕਿ ਇਨਕੰਪਲੀਟ ਡੋਮੀਨੈਂਸ ਦੇ ਵਿੱਚ ਨਾ ਤਾਂ ਇਹਨੇ ਆਪਣੇ ਆਪ ਨੂੰ ਕੰਪਲੀਟਲੀ ਡੋਮੀਨੈਂਸ ਕੀਤਾ, ਨਾ ਤਾਂ ਆਹ ਚੰਗੀ ਤਰ੍ਹਾਂ ਐਕਸਪ੍ਰੈਸ ਹੋ ਪਾਇਆ, ਨਾ ਹੀ ਆਹ ਹੋ ਪਾਇਆ। ਠੀਕ ਹੈ, ਮਤਲਬ ਦੋਨਾਂ ਦੇ ਕਰੈਕਟਰ ਮਿਕਸਅਪ ਹੋ ਕੇ ਇੱਕ ਪਲਾਂਟ ਦੇ ਵਿੱਚ ਆ ਗਏ। ਠੀਕ ਹੈ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਪਿੰਕ ਕਲਰ ਬਣ ਗਿਆ। ਅਤੇ ਹੁਣ ਇਹਦੇ ਵਿੱਚ ਸੇਮ ਹੀ ਇਹਦਾ ਕ੍ਰੋਸ ਬਣੂ। ਇੱਥੇ ਹੁਣ ਜਿੱਥੇ ਆਪਾਂ ਰੈੱਡ ਕਹਿ ਰਹੇ ਸੀ ਵੀ ਆਰ ਆ ਤਾਂ ਉਹ ਰੈੱਡ ਫਲਾਰ ਹੀ ਬਣੂ। ਜਿੱਥੇ ਹੈਟਰੋਜ਼ਾਈਗਸ ਕੰਡੀਸ਼ਨ ਸੀ, ਮਤਲਬ ਇਹ ਹੋਮੋਜ਼ਾਈਗਸ ਤਾਂ ਰੈੱਡ ਹੀ ਬਣੂ, ਜਿੱਥੇ ਹੈਟਰੋਜ਼ਾਈਗਸ ਕੰਡੀਸ਼ਨ ਸੀ ਉੱਥੇ ਇਹ ਪਿੰਕ ਬਣ ਜੂਗਾ। ਹੈਟਰੋਜ਼ਾਈਗਸ ਕੰਡੀਸ਼ਨ ਦੇ ਵਿੱਚ ਇਹ ਰੈੱਡ ਫਲਾਰ ਨਹੀਂ ਪ੍ਰੋਡਿਊਸ ਕਰੂ, ਇੱਥੇ ਪਿੰਕ ਫਲਾਰ ਪ੍ਰੋਡਿਊਸ ਕਰੂ ਅਤੇ ਵਾਈਟ ਵੀ ਸੇਮ ਰਹਿ ਜੂਗਾ। ਹੁਣ ਇਹਦੇ ਵਿੱਚ ਆਪਾਂ ਜਿਹੜੀ ਰੇਸ਼ੋ ਲੈਂਦੇ ਹਾਂ ਇਨਕੰਪਲੀਟ ਦੇ ਵਿੱਚ ਉਹ ਬਣੂ ਰੈੱਡ ਰੇਸ਼ੋ ਪਿੰਕ ਰੇਸ਼ੋ ਵਾਈਟ। ਠੀਕ ਹੈ, ਤਾਂ ਇਹਦੇ ਵਿੱਚ ਜਿਹੜੀ ਰੇਸ਼ੋ 1:2:1 ਬਣੂ। ਠੀਕ ਹੈ, ਇਹਦੇ ਵਿੱਚ ਆਹ ਵਾਲੀ ਰੇਸ਼ੋ ਬਣੂ। ਇਹਦੇ ਵਿੱਚ ਜੀਨੋਟਾਈਪ ਦੇ ਵਿੱਚ ਤਾਂ ਬਣਦੀ ਸੀ ਜਦ ਆਪਾਂ ਹੈਟਰੋਜ਼ਾਈਗਸ ਦੀ ਗੱਲ ਕਰਦੇ ਸੀ, ਬਟ ਹੈਗਾ ਉਹ ਵੀ ਰੈੱਡ ਹੀ ਸੀਗਾ। ਹੁਣ ਇਹਦੇ ਵਿੱਚ ਉਹ ਰੈੱਡ ਨਹੀਂ ਹੋਊ, ਉਹ ਪਿੰਕ ਫਲਾਰ ਪ੍ਰੋਡਿਊਸ ਹੋ ਜਾਣਗੇ। ਇਹਨੂੰ ਕਹਿੰਦੇ ਆ ਇਨਕੰਪਲੀਟ ਡੋਮੀਨੈਂਸ, ਜਦੋਂ ਕਿ ਦੋਨਾਂ ਦੇ ਵਿੱਚੋਂ ਜਿਹੜਾ ਕਰੈਕਟਰ ਆ ਕੋਈ ਵੀ ਆਪਣੇ ਆਪ ਨੂੰ ਅਗਲੀ ਟ੍ਰੇਡ ਦੇ ਵਿੱਚ ਨਾ ਦਿਖਾ ਪਾਵੇ ਦੂਸਰੇ ਦੇ ਉੱਪਰ। ਜੇ ਤਾਂ ਉਹ ਇਕੱਲਾ ਫਿਰ ਤਾਂ ਉਹਨੇ ਦਿਖਾਉਣਾ ਹੀ ਆ। ਜਿਵੇਂ ਆਰ ਇਕੱਲਾ ਪਿਆ, ਇਹਨੇ ਤਾਂ ਆਪਣੇ ਆਪ ਨੂੰ ਰੈੱਡ ਸ਼ੋਅ ਕਰਨਾ ਹੀ ਆ, ਛੋਟਾ ਆਰ ਇਹਨੇ ਵੀ ਆਪਣੇ ਆਪ ਨੂੰ ਵਾਈਟ ਸ਼ੋਅ ਕਰਨਾ ਹੀ ਆ। ਬਟ ਜਦ ਹੁਣ ਇਹ ਦੋਨੇ ਮਿਕਸਅਪ ਹੁੰਦੇ ਆ ਤਾਂ ਇੱਥੇ ਕੰਪਲੀਟ ਦੇ ਵਿੱਚ ਉਹ ਰੈੱਡ ਸ਼ੋਅ ਕਰੂ, ਕਿਉਂਕਿ ਜਿਹੜਾ ਆਹ ਕਰੈਕਟਰ ਆਰ ਇਹ ਆਪਣੇ ਆਪ ਨੂੰ ਡੋਮੀਨੇਟ ਕਰ ਜੂਗਾ, ਇਹ ਆਪਣੇ ਆਪ ਨੂੰ ਦਿਖਾਊਗਾ ਇੰਪਰੈਸ ਇਹਦੇ ਉੱਤੇ। ਮਤਲਬ ਕਿ ਇਹਨੂੰ ਇਹਦੇ ਨਾਲ ਦਬਾ ਕੇ ਰੱਖੂ ਜਦ ਤੱਕ ਇਹਦੇ ਨਾਲ ਰਹੂਗਾ। ਬਟ ਇਨਕੰਪਲੀਟ ਦੇ ਵਿੱਚ ਇਹ ਕਲਰ ਪਿੰਕ ਪ੍ਰੋਡਿਊਸ ਕਰ ਦੂਗਾ। ਦੋਨਾਂ 'ਚੋਂ ਕੋਈ ਵੀ ਇੱਕ ਦੂਸਰੇ ਨੂੰ ਨਹੀਂ ਦਬਾ ਪਾਊਗਾ, ਦੋਨੇ ਇੱਕ ਬਰਾਬਰ ਦੇ ਨੇਗੇ। ਉਹ ਨੈਕਸਟ ਟਾਈਪ ਦੀ ਡੋਮੀਨੈਂਸ ਉਹ ਹੈਗੀ ਕੋ ਡੋਮੀਨੈਂਸ। ਮਤਲਬ ਕਿ ਇਹਦੇ ਵਿੱਚ ਕੀ ਹੁੰਦਾ, ਆਪਾਂ ਕੰਪਲੀਟ ਡੋਮੀਨੈਂਸ ਦੇ ਵਿੱਚ ਪੜ੍ਹਿਆ ਕਿ ਜਿਹੜਾ ਇੱਕ ਕਰੈਕਟਰ ਆ ਉਹ ਆਪਣੇ ਆਪ ਨੂੰ ਦੂਸਰੇ ਦੇ ਉੱਤੇ ਰਹੂਗਾ। ਮਤਲਬ ਕਿ ਸਪੋਜ਼ ਕਰੋ ਕਿ ਦੋ ਪਰਸਨ ਨੇਗੇ, ਉਹ ਇਕੱਠੇ ਰਹਿ ਰਹੇ ਨੇ, ਤਾਂ ਉਹਦੇ ਵਿੱਚੋਂ ਜਿਹੜਾ ਇੱਕ ਪਰਸਨ ਆ ਉਹ ਦੂਜੇ ਨੂੰ ਦਬਾ ਕੇ ਰੱਖੇ, ਆਪਦੀਆਂ ਸਾਰੀਆਂ ਗੱਲਾਂ ਦੂਸਰੇ ਪਰਸਨ ਤੋਂ ਮਨਵਾਵੇ। ਠੀਕ ਹੈ, ਤਾਂ ਉਹ ਹੋ ਗਿਆ ਕੰਪਲੀਟ ਡੋਮੀਨੈਂਸ। ਜਿਹੜੀ ਇਨਕੰਪਲੀਟ ਡੋਮੀਨੈਂਸ ਆ ਉਹਦੇ ਵਿੱਚ ਇਹ ਆ ਕਿ ਦੋਨੇ ਜਿਹੜੇ ਪਰਸਨਸ ਨੇ ਉਹ ਇੱਕ ਦੂਸਰੇ ਦੇ ਨਾਲ ਮਤਲਬ ਕਿਸੇ ਨੂੰ ਸੁਪਰੈਸ ਨਹੀਂ ਕਰ ਪਾਉਂਦੇ, ਇੱਕ ਦੂਸਰੇ ਦੇ ਵਰਗੇ ਹੀ ਨੇ। ਮਤਲਬ ਕਿ ਦੋਨਾਂ ਦੀ ਜਿਹੜੀ ਪਾਵਰ ਆ ਉਹ ਸੇਮ ਆ। ਠੀਕ ਹੈ, ਡੋਮੀਨੈਂਸ ਦੇ ਵਿੱਚ ਇੱਕ ਦੀ ਪਾਵਰ ਜ਼ਿਆਦਾ ਹੋ ਦੂਸਰੇ ਦੇ ਨਾਲੋਂ, ਜਿਹੜਾ ਇਨਕੰਪਲੀਟ ਹੋ ਗਿਆ ਉਹਦੇ ਵਿੱਚ ਦੋਨਾਂ ਦੀ ਪਾਵਰ ਸੇਮ ਆ। ਇਸ ਕਰਕੇ ਉਹ ਦੋਨੇ ਮਤਲਬ ਦੋਨਾਂ ਦੇ ਜਿਹੜੇ ਫੈਸਲੇ ਨੇ ਉਹ ਇਕੱਠੇ ਹੀ ਜਾ ਰਹੇ ਨੇ। ਹੁਣ ਨੈਕਸਟ ਆ ਗਿਆ ਕੋ ਡੋਮੀਨੈਂਸ। ਕੋ ਡੋਮੀਨੈਂਸ ਦੇ ਵਿੱਚ ਆ ਜਾਂਦਾ ਕਿ ਜਦੋਂ ਉਹ ਮਿਕਸਅਪ ਨਾ ਹੋਣ ਕਰੈਕਟਰਸ, ਬਟ ਉਹ ਸਾਈਡ ਬਾਏ ਸਾਈਡ ਅਪੀਅਰੈਂਸ ਦੇਣ। ਜਿਵੇਂ ਦੇਖੋ ਇਹਦੇ ਵਿੱਚ ਇੱਕ ਐਕਸਪੈਰੀਮੈਂਟ ਕੀਤਾ ਗਿਆ ਸੀਗਾ ਜਿਹਦੇ ਵਿੱਚ ਬਲੈਕ ਬੁੱਲ ਲਿਆ ਗਿਆ ਸੀ ਅਤੇ ਹੈ ਨਾ ਵਾਈਟ ਕਾਊ ਲਈ ਗਈ ਸੀ। ਇਹਨਾਂ ਦੋਨਾਂ ਨੂੰ ਜਦ ਕ੍ਰੋਸ ਕਰਵਾਇਆ ਗਿਆ ਸੀਗਾ ਤਾਂ ਉਦੋਂ ਕੀ ਹੋਇਆ ਸੀ, ਇਹਦੇ ਆਹ ਜੀਨਸ ਲੈ ਲਏ, ਜਿਹੜੀ ਵਾਈਟ ਬੁੱਲ ਆ ਉਹਦੇ BB ਕੈਪੀਟਲ 'ਚ ਨੇ ਅਤੇ ਬਲੈਕ ਬੁੱਲ ਦੇ BB ਕੈਪੀਟਲ 'ਚ ਨੇ ਅਤੇ ਵਾਈਟ ਕਾਊ ਦੇ BB ਸਮੋਲ ਦੇ ਵਿੱਚ ਨੇ। ਤਾਂ ਇਹ BB ਪ੍ਰੋਡਿਊਸ ਕਰਨਗੇ F1 ਜਨਰੇਸ਼ਨ। ਠੀਕ ਹੈ, ਇਹਦੇ ਵਿੱਚ ਆਪਾਂ ਜੇ ਨੋਰਮਲੀ ਦੇਖੀਏ
ਤਾਂ ਆਪਾਂ ਜਿਹੜੀ ਡੋਮੀਨੈਂਸ ਆ ਉਹਦੇ ਵਿੱਚ ਤਾਂ ਪੜ੍ਹਿਆ ਸੀ ਕਿ ਜਿਹੜੀ ਆਹ ਦੋਨੇ ਕਰੈਕਟਰ ਨੇ ਜਦ ਇਹਦੇ ਵਿੱਚ ਜਿਹੜੀ ਕੈਪੀਟਲ ਲੈਟਰ ਆ ਜੇ ਉਹ ਆ ਜਾਵੇ ਤਾਂ ਉਹ ਆਹ ਵਾਲਾ ਕਰੈਕਟਰ ਸ਼ੋਅ ਕਰੂ। ਹੁਣ ਜੇ ਆਪਾਂ ਇਹਦੀ ਐਗਜ਼ਾਮਪਲ ਨਾਲ ਦੇਖੀਏ ਕਿ ਇਹਦੇ ਵਿੱਚ ਕੈਪੀਟਲ B ਹੈਗੀ ਆ ਤਾਂ ਮਤਲਬ ਇਹ ਬਲੈਕ ਕਰੈਕਟਰ ਸ਼ੋਅ ਕਰੂ, ਬਟ ਨਹੀਂ, ਉਹਨੇ ਬਲੈਕ ਨਹੀਂ ਸੀ ਕੀਤਾ। ਅਤੇ ਜੇ ਫਿਰ ਆਪਾਂ ਇਨਕੰਪਲੀਟ ਡੋਮੀਨੈਂਸ ਦੀ ਗੱਲ ਕਰੀਏ ਉਹਦੇ ਵਿੱਚ ਆ ਗਿਆ ਸੀਗਾ ਕਿ ਜਿਹੜਾ ਬਲੈਕ ਅਤੇ ਵਾਈਟ ਆ ਹੈ ਨਾ, ਜਿਵੇਂ ਉਹਦੇ ਵਿੱਚ ਆਪਾਂ ਦੇਖਿਆ ਸੀ ਕਿ ਰੈੱਡ ਅਤੇ ਵਾਈਟ ਆ ਉਹ ਮਿਲ ਕੇ ਪਿੰਕ ਬਣਾ ਲੈਂਦੇ ਆ। ਤਾਂ ਕੀ ਇਹਦੇ ਵਿੱਚ ਜਿਹੜਾ ਇਹਦੇ ਵਿੱਚ ਵੀ ਤਾਂ ਸੇਮ ਹੀ ਕੰਡੀਸ਼ਨ ਆ ਵੀ ਇੱਕ ਬਿਗ B ਅਤੇ ਇੱਕ ਸਮੋਲ b, ਠੀਕ ਆ, ਹੈਟਰੋਜਾਈਗਸ ਕੰਡੀਸ਼ਨ ਦੇ ਵਿੱਚ ਨੇ। ਬਟ ਉਹਨੇ ਜਿਹੜਾ ਇਹਦੇ ਵਿੱਚ ਹੁਣ ਬਣਨਾ ਚਾਹੁੰਦੇ ਬਲੈਕ ਅਤੇ ਵਾਈਟ ਨੂੰ ਲੈ ਕੇ ਗ੍ਰੇ, ਉਹਨੇ ਗ੍ਰੇ ਕਲਰ ਵੀ ਨਹੀਂ ਸੀ ਬਣਾਇਆ, ਉਹਨੇ ਇੱਕ ਥਰਡ ਬਣਾਇਆ ਸੀ, ਉਹ ਸੀਗੇ ਪੈਚਿਸ। ਮਤਲਬ ਕਿ ਉਹਨੇ ਜਿਹੜੀ ਇੱਕ ਕਾਊ ਪ੍ਰੋਡਿਊਸ ਹੋਈ ਸੀ ਉਹਦੇ ਵਿੱਚ ਬਲੈਕ ਅਤੇ ਵਾਈਟ ਪੈਚਿਸ ਸੀਗੇ, ਮਤਲਬ ਕਿ ਇੱਦਾਂ ਥੋੜ੍ਹੇ ਥੋੜ੍ਹੇ ਧੱਬੇ ਸੀਗੇ, ਕੋਈ ਬਲੈਕ ਕੋਈ ਵਾਈਟ। ਮੰਨ ਲਓ ਆਹ ਬਲੈਕ ਨੇਗੇ ਅਤੇ ਆਹ ਵਾਈਟ ਪੈਚਿਸ ਨੇ, ਠੀਕ ਹੈ। ਇੱਦਾਂ ਮਤਲਬ ਧੱਬੇ ਦੋਨੇ ਕਲਰਸ ਦੇ ਆ ਗਏ ਸੀਗੇ ਇੱਕ ਦੇ ਵਿੱਚ। ਜਿਵੇਂ ਹੁਣ ਡੋਮੀਨੈਂਟ ਦੇ ਵਿੱਚ ਇਹ ਸੀਗਾ ਕਿ ਜੇ ਆਪਾਂ ਇਹਦੀ ਐਗਜ਼ਾਮਪਲ ਨੂੰ ਡੋਮੀਨੈਂਟ ਨਾਲ ਦੇਖੀਏ ਤਾਂ ਡੋਮੀਨੈਂਟ ਦੇ ਵਿੱਚ ਬਲੈਕ ਕਲਰ ਇੱਥੇ ਪ੍ਰੋਡਿਊਸ ਹੋਊਗਾ ਅਤੇ ਜਿਹੜੀ ਕੋ ਡੋਮੀਨੈਂਸ ਆ ਉਹਦੇ ਵਿੱਚ ਇੱਦਾਂ ਪੈਚਿਸ ਹੋ ਜਾਣਗੇ ਵਾਈਟ ਅਤੇ ਬਲੈਕ ਦੋਨੇ, ਮਤਲਬ ਉਹ ਮਿਕਸਅਪ ਨਹੀਂ ਹੁੰਦੇ, ਆਪਣੇ ਸਾਈਡ ਬਾਏ ਸਾਈਡ ਅਪੀਅਰੈਂਸ ਦਿੰਦੇ ਆ ਦੋਨੇ, ਠੀਕ ਹੈ। ਅਤੇ ਜਿਹੜੀ ਇੱਕ ਆਪਣੇ ਕੋਲ ਥਰਡ ਟਾਈਪ ਦੀ ਆਪਾਂ ਡੋਮੀਨੈਂਸ ਤੋਂ ਬਾਅਦ ਪੜ੍ਹੀ ਸੀਗੀ ਉਹਦੇ ਵਿੱਚ ਆਊਗਾ ਕਿ ਆਪਣੇ ਜਿਹੜੇ ਦੋਨੇ ਕਲਰ ਨੇ ਉਹ ਮਿਕਸਅਪ ਹੋ ਜਾਣਗੇ, ਠੀਕ ਹੈ, ਇਨਕੰਪਲੀਟ ਡੋਮੀਨੈਂਸ ਦੇ ਵਿੱਚ। ਇਹੀ ਸੀਗੀਆਂ ਆਪਣੀਆਂ ਡੋਮੀਨੈਂਸ ਦੀਆਂ ਟਾਈਪਸ। ਹੁਣ ਨੈਕਸਟ ਜਿਹੜਾ ਜੀਨ ਇੰਟਰੈਕਸ਼ਨ ਆ ਉਹਦੀਆਂ ਟਾਈਪਸ ਹੈਗੀਆਂ। ਫਸਟ ਟਾਈਪ ਆ ਹੁੰਦੀ ਆ ਸਪਲੀਮੈਂਟਰੀ ਜੀਨ ਐਕਸ਼ਨ, ਠੀਕ ਹੈ। ਸਪਲੀਮੈਂਟਰੀ ਜੀਨ ਐਕਸ਼ਨ ਦੇ ਵਿੱਚ ਕੀ ਹੁੰਦਾ, ਪਰਪਲ ਪ੍ਰੈਜੈਂਸ ਆਫ ਟੂ ਡੋਮੀਨੈਂਟ ਜੀਨ RP, ਮਤਲਬ ਕਿ ਆਪਾਂ ਦੋ ਪੇਰੈਂਟਸ ਲੈ ਰਹੇ ਹਾਂ ਜਿਹਦੇ ਵਿੱਚ ਡੋਮੀਨੈਂਟ ਕਰੈਕਟਰ R ਅਤੇ P ਨੇ ਜਿਵੇਂ, ਠੀਕ ਹੈ। ਤਾਂ ਉਹਦੇ ਵਿੱਚ ਪਰਪਲ ਉਦੋਂ ਆਊਗਾ ਜਦੋਂ ਜਿਹੜੇ ਡੋਮੀਨੈਂਟ ਕਰੈਕਟਰ ਨੇ ਜੀਨਸ ਦੇ ਉਹ ਦੋਨੇ ਆ ਜਾਣ, ਮਤਲਬ R ਅਤੇ P ਜਦ ਦੋਨੇ ਪ੍ਰੈਜੈਂਟ ਹੋਣਗੇ ਤਾਂ ਜਿਹੜਾ ਪਰਪਲ ਕਲਰ ਆ ਉਹ ਫਾਰਮ ਹੋਊਗਾ। ਜੇ ਮਤਲਬ ਇਕੱਲਾ R ਪ੍ਰੈਜੈਂਟ ਹੋਵੇ, P ਆ ਜਿਹੜੀ ਉਹ ਕੈਪੀਟਲ ਨਾ ਹੋਵੇ ਤਾਂ ਉੱਥੇ ਜਿਹੜਾ ਰੈੱਡ ਆ ਉਹ ਕਲਰ ਪ੍ਰੋਡਿਊਸ ਹੋਊਗਾ। ਅਤੇ ਵਾਈਟ ਉਦੋਂ ਪ੍ਰੋਡਿਊਸ ਹੋਊਗਾ ਜਦੋਂ ਹੋਮੋਜਾਈਗਸ ਰਿਸੈਸਿਵ ਕੰਡੀਸ਼ਨ ਹੋਵੇ, ਮਤਲਬ ਕਿ ਜਿਹੜੇ ਦੋਨੇ ਕਰੈਕਟਰ ਨੇ ਜਿਵੇਂ ਇੱਥੇ ਦੋਨੋਂ ਡੋਮੀਨੈਂਟ ਸੀਗੇ ਤਾਂ ਇਹਦੇ ਵਿੱਚ ਦੋਨੋਂ ਰਿਸੈਸਿਵ ਹੋਣ, ਮਤਲਬ ਕਿ ਕਹਿ ਸਕਦੇ ਹਾਂ R ਜਾਂ ਫਿਰ P ਛੋਟੀ, ਠੀਕ ਹੈ। ਤਾਂ ਇਹ ਸੀਗੀਆਂ ਕੁਛ ਕੁ ਚੀਜ਼ਾਂ ਇਹਦੇ ਵਿੱਚ, ਜਿਵੇਂ ਹੁਣ R ਰਿਸੈਸਿਵ ਟੂ R, ਜਿਹੜੀ ਛੋਟੀ R ਆ ਉਹ ਰਿਸੈਸਿਵ ਵੱਡੀ R ਦੇ, ਮਤਲਬ ਕਿ ਜਿਹੜੀ ਵੱਡੀ R ਆ ਉਹ ਆਪਣਾ ਇੰਪੈਕਟ ਕ੍ਰੀਏਟ ਕਰੂਗੀ, ਉਹ ਆਪਣੇ ਆਪ ਨੂੰ ਵੱਧ ਦਿਖਾਊ R ਨਾਲੋਂ, ਛੋਟੀ ਨਾਲੋਂ, ਠੀਕ ਹੈ। ਬਟ ਜਿਹੜੀ ਕਹਿੰਦੇ P ਅਤੇ P ਆ ਉਹਦੇ ਉੱਤੇ R ਆਪਣਾ ਡੋਮੀਨੇਟ ਕਰ ਜੂਗੀ, ਮਤਲਬ ਜੇ P ਆ ਜਾਵੇ ਤਾਂ ਉਹਦੇ ਨਾਲੋਂ R ਆ ਜਿਹੜਾ ਉਹ ਆਪਣੀ ਐਕਸਪ੍ਰੈਸ ਕਰੂਗੀ ਅਤੇ ਦੂਜੇ ਨੂੰ ਸਪਰੈਸ ਕਰ ਜੂ। ਹੁਣ ਆਪਾਂ ਇਹਦੀ ਐਗਜ਼ਾਮਪਲ ਦੇਖ ਲੈਂਦੇ ਹਾਂ। ਆਪਾਂ ਪੇਰੈਂਟਸ ਲਏ ਨੇ ਇੱਕ ਕੈਪੀਟਲ R ਅਤੇ ਕੈਪੀਟਲ P, ਇੱਕ ਸਮੋਲ r ਅਤੇ ਸਮੋਲ p। ਆਪਾਂ ਪਹਿਲਾਂ ਦੇਖਿਆ ਸੀਗਾ ਕਿ ਜਿਹੜਾ ਕੈਪੀਟਲ R ਆ ਜਾਂ ਕੈਪੀਟਲ P ਆ ਉਹ ਪਰਪਲ ਕਲਰ ਸ਼ੋਅ ਕਰੂਗਾ, ਠੀਕ ਹੈ। ਤਾਂ ਉੱਦਾਂ ਹੀ ਹੁਣ ਇਹਨਾਂ ਦੇ ਆਪਾਂ ਪਹਿਲਾਂ ਗੈਮਿਟਸ ਲੈ ਲਏ। ਗੈਮਿਟਸ ਕਿੱਦਾਂ ਲੈਂਦੇ ਹਾਂ, ਜਿਵੇਂ R ਆ ਇਹ 'ਚੋਂ ਜਿਹੜਾ ਇੱਕ R ਆ ਉਹ ਆ ਜੂਗੀ, ਇੱਕ P ਆ ਉਹ P ਆ ਜੂਗੀ, ਇਹਦੇ ਵਿੱਚੋਂ ਵੀ ਸੇਮ ਗੈਮਿਟਸ ਆ ਕੇ ਹੁਣ ਜਿਹੜੀ F1 ਜਨਰੇਸ਼ਨ ਬਣਨੀ ਆ ਉਹਦੇ ਵਿੱਚ ਕੀ ਇਹਨਾਂ ਦੋਨਾਂ ਦਾ ਕ੍ਰੋਸ ਹੋ ਜੂਗਾ, ਠੀਕ ਹੈ। ਮਤਲਬ ਕਿ ਇੱਕ R ਵੱਡੀ ਆ ਜੂ, ਛੋਟੀ ਆ ਜੂ, ਮਤਲਬ ਦੋਨਾਂ ਨੂੰ ਮਲਟੀਪਲਾਈਕੇਸ਼ਨ ਕਹਿ ਸਕਦੇ ਹਾਂ ਵੀ ਕਰ ਦਾਂਗੇ, ਠੀਕ ਹੈ। ਤਾਂ ਇੱਥੇ ਕੀ ਪਰਪਲ ਪ੍ਰੋਡਿਊਸ ਹੋ ਰਿਹਾ F1 'ਚ, ਕਿਉਂ ਪਰਪਲ ਹੋ ਰਿਹਾ, ਕਿਉਂਕਿ ਜਿਹੜੀ R ਆ ਕੈਪੀਟਲ ਅਤੇ P ਆ ਕੈਪੀਟਲ, ਇਹ ਦੋਨੇ ਆ ਗਈਆਂ ਇਹਦੇ ਵਿੱਚ। ਅਤੇ ਆਪਾਂ ਵੀ ਇੱਦਾਂ ਹੀ ਕਿਹਾ ਸੀ ਵੀ ਜਿਹੜੀ R ਅਤੇ P ਆ ਉਹ ਪਰਪਲ ਕਲਰ ਪ੍ਰੋਡਿਊਸ ਕਰਨਗੇ। ਫਿਰ ਇਹਨਾਂ ਨੂੰ ਆਪਸ ਦੇ ਵਿੱਚ ਹੀ ਮਲਟੀਪਲਾਈ ਕਰਨਾ, ਦੇਖੋ R PP, ਠੀਕ ਹੈ। ਇਹਨਾਂ ਨੂੰ ਮਲਟੀਪਲਾਈ ਕਰਨ ਤੋਂ ਬਾਅਦ ਆਪਾਂ ਜਿਹੜੇ ਨੇ ਗੈਮਿਟਸ ਉਹ ਲੈ ਲਏ। ਗੈਮਿਟਸ ਦੇਖੋ, ਜਿਵੇਂ ਗੈਮਿਟਸ ਦਾ ਨੋਰਮਲ ਜਿਹਾ ਤਰੀਕਾ ਯਾਦ ਰੱਖਣ ਦਾ ਕਿ ਕੈਪੀਟਲ R ਆ ਉਹਨੂੰ 2 ਵਾਰ ਲਿਖ ਲਓ, ਸਮੋਲ r ਆ ਉਹਨੂੰ 2 ਵਾਰ ਲਿਖ ਲਓ, ਠੀਕ ਹੈ। ਤਾਂ ਉਹਦੇ ਨਾਲ P ਆ, ਹੁਣ ਜਿਵੇਂ ਕੈਪੀਟਲ R ਨਾਲ ਇੱਕ ਵੱਡੀ P ਲਾ ਦਿਓ, ਇੱਕ ਛੋਟੀ P, ਅਤੇ ਉਹਦੇ ਨਾਲ ਵੀ ਇੱਕ ਵੱਡੀ P ਇੱਕ ਛੋਟੀ P। ਇੱਦਾਂ ਗੈਮਿਟਸ ਜਿਹੜੇ ਨੇ ਈਜ਼ਲੀ ਯਾਦ ਰਹਿੰਦੇ ਅਤੇ ਕਨਫਿਊਜ਼ਨ ਤੋਂ ਅਵੋਇਡ ਹੋ ਜਾਂਦਾ ਬੰਦਾ। ਨੈਕਸਟ ਦੇ ਵਿੱਚ ਆ ਕੇ ਹੁਣ ਜਦ F2 ਜਨਰੇਸ਼ਨ ਦੇ ਵਿੱਚ ਆਪਾਂ ਇਹਨਾਂ ਨੂੰ ਕ੍ਰੋਸ ਕਰਾਉਂਦੇ, ਇਹਦੇ ਵਿੱਚ ਆਪਾਂ ਕੀ ਦੇਖਦੇ ਹਾਂ, ਦੇਖੋ ਇਹਨਾਂ ਸਾਰਿਆਂ ਨੂੰ ਪਹਿਲਾਂ ਤਾਂ ਮਲਟੀਪਲੀਕੇਸ਼ਨ ਕਰਨਾ, ਜਿਵੇਂ ਆ R ਆ ਇਹਨੂੰ ਆ R ਦੇ ਨਾਲ, ਠੀਕ ਹੈ। ਤਾਂ ਆ P ਨੂੰ ਆ P ਦੇ ਨਾਲ, ਠੀਕ ਹੈ। ਤਾਂ ਇਹਨਾਂ ਦੀ ਇੱਦਾਂ ਮਲਟੀਪਲੀਕੇਸ਼ਨ ਕਰਕੇ ਇੱਥੇ ਆਪਣੇ ਕੋਲ ਪ੍ਰੋਡਕਟ ਆ ਜਾਊਗਾ। ਕੀ ਬਣਿਆ, ਦੋਨੇ ਕੈਪੀਟਲ R ਨੇ ਕੈਪੀਟਲ R ਅਤੇ ਦੋਨੇ ਕੈਪੀਟਲ P ਨੇ ਕੈਪੀਟਲ P ਆ ਗਏ। ਸਿਮਿਲਰਲੀ ਆਹ ਵਾਲੀ R ਆ ਜਿਹੜੀ, ਦੇਖੋ ਆਹ ਵਾਲੀ R ਨੂੰ ਇਹਦੇ ਨਾਲ ਮਲਟੀਪਲੀਕੇਸ਼ਨ, ਆਹ ਵਾਲੀ ਨੂੰ ਇਹਦੇ ਨਾਲ, ਠੀਕ ਆ। ਤਾਂ ਇਹਦਾ ਪ੍ਰੋਡਕਟ ਉਰੇ ਆ ਜਾਊਗਾ ਆਹ ਚੀਜ਼ 'ਤੇ, ਮਤਲਬ ਕਿ ਦੇਖੋ ਇਹਨੂੰ ਅਤੇ ਇਹਨੂੰ ਕਰਕੇ ਉਰੇ, ਇਹਨੂੰ ਅਤੇ ਇਹਨੂੰ ਕਰਕੇ ਉਰੇ, ਇਹਨੂੰ ਅਤੇ ਇਹਨੂੰ ਕਰਕੇ ਇੱਥੇ, ਇਹਨੂੰ ਇੱਥੇ, ਇਹਨੂੰ ਇੱਥੇ ਅਤੇ ਇਹਨੂੰ ਇੱਥੇ, ਠੀਕ ਹੈ। ਤਾਂ ਇੱਦਾਂ ਹੀ ਮਤਲਬ ਆਪਾਂ ਸਾਰੇ ਮਲਟੀਪਲੀਕੇਸ਼ਨ ਕਰਕੇ ਇੱਦਾਂ ਆਪਾਂ ਕ੍ਰੋਸ ਮਲਟੀਪਲੀਕੇਸ਼ਨ ਨਾਲ ਇੱਕ ਚਾਰਟ ਪ੍ਰਪੇਅਰ ਕਰ ਲੈਣਾ। ਹੁਣ ਉਹਦੇ ਵਿੱਚ ਆਪਾਂ ਦੇਖਣਾ ਕਿ ਜਿਹੜੇ ਪਲਾਂਟ ਨੇ ਉਹਨਾਂ ਦਾ ਜਿਹੜਾ ਕਲਰ ਆ ਉਹ ਕਿਹੋ ਜਿਹਾ ਹੋਊਗਾ।
ਹੁਣ ਆਪਾਂ ਪਹਿਲਾਂ ਹੀ ਦੇਖਿਆ ਸੀਗਾ ਕਿ ਜਿਹੜੀ ਜਿੱਥੇ ਕੈਪੀਟਲ ਆਰ ਅਤੇ ਕੈਪੀਟਲ ਪੀ ਆ ਜਾਵੇ ਉੱਥੇ ਹਮੇਸ਼ਾ ਪਰਪਲ ਕਲਰ ਹੋਊਗਾ, ਠੀਕ ਹੈ। ਜਦ ਦੋਨੇ ਡੋਮੀਨੈਂਟ ਕਰੈਕਟਰ ਇੱਕ 'ਚ ਆ ਜਾਣ ਤਾਂ ਪਰਪਲ, ਇਹਦੇ ਵਿੱਚ ਵੀ ਦੋਨੇ ਹੈਗੇ ਪਰਪਲ ਪਰਪਲ ਪਰਪਲ, ਠੀਕ ਹੈ। ਆਹ ਸਾਰੇ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਆਰ ਪੀ ਨੇ ਉਹ ਸਾਰੇ ਪਰਪਲ ਬਣ ਗਏ ਆਪਣੇ ਕੋਲ, ਠੀਕ ਹੈ। ਅਤੇ ਜਿਹੜੇ ਹੁਣ ਆਪਾਂ ਛੱਡਤੇ ਰੈੱਡ ਵਾਈਟ ਵਾਲੇ, ਇਹਨਾਂ ਨੂੰ ਦੇਖੋ ਕਿਵੇਂ ਕਰਨਾ ਕਿ ਇਹਦੇ ਵਿੱਚ ਆਪਾਂ ਕਹਿੰਦੇ ਸੀ ਕਿ ਜਿਹੜਾ ਆਰ ਕਰੈਕਟਰ ਆ ਉਹ ਡੋਮੀਨੈਂਟ ਹੋਊਗਾ ਰੈੱਡ ਲਈ, ਮਤਲਬ ਕਿ ਜੇ ਡੋਮੀਨੈਂਟ ਆਰ ਆ ਜਾਵੇ ਤਾਂ ਉਹ ਰੈੱਡ ਕਰੈਕਟਰ ਸ਼ੋ ਕਰੂ। ਜੇ ਤਾਂ ਡੋਮੀਨੈਂਟ ਆਰ ਅਤੇ ਪੀ ਦੋਨੇ ਆਉਣ ਤਾਂ ਉਹ ਕਰੂਗਾ ਪਰਪਲ, ਅਤੇ ਜੇ ਇਕੱਲੀ ਆਰ ਡੋਮੀਨੈਂਟ ਆਵੇ ਮਤਲਬ ਕਿ ਇਕੱਲੀ ਆਰ ਸ਼ੋ ਹੋਵੇ ਉਹਦੇ ਵਿੱਚ ਤਾਂ ਉਹ ਰੈੱਡ ਕਰੈਕਟਰ ਸ਼ੋ ਕਰੂ। ਇਸ ਲਈ ਇੱਥੇ ਰੈੱਡ ਆ ਗਿਆ, ਇੱਥੇ ਰੈੱਡ ਆ ਗਿਆ ਕਿਉਂਕਿ ਪੀ ਆ ਜਿਹੜੀ ਸਮੋਲ ਫਾਰਮ ਦੇ ਵਿੱਚ ਆ। ਇੱਥੇ ਹੁਣ ਆਰ ਆ ਜਿਹੜੀ ਛੋਟੀ ਆ ਇਸ ਲਈ ਉਹ ਰੈੱਡ ਕਰੈਕਟਰ ਨਹੀਂ ਸ਼ੋ ਕਰੂ ਕਿਉਂਕਿ ਰੈੱਡ ਦੇ ਵਿੱਚ ਆਰ ਵੱਡੀ ਹੋਣੀ ਚਾਹੀਦੀ ਹੈ, ਠੀਕ ਹੈ। ਤਾਂ ਇੱਥੇ ਇੱਕ ਕਰੈਕਟਰ ਆ ਉਹਦੇ ਵਿੱਚ ਵੀ ਆਰ ਵੱਡੀ ਆ ਅਤੇ ਪੀ ਛੋਟੀ ਆ, ਉਹਨੇ ਵੀ ਰੈੱਡ ਸ਼ੋ ਕਰਤਾ। ਹੁਣ ਜਿਹੜੇ ਆਹ 4 ਕੇਸ ਰਹਿ ਗਏ ਵਾਈਟ ਵਾਲੇ, ਇਹਦੇ ਵਿੱਚ ਕੀ ਆ, ਆਪਾਂ ਕਿਹਾ ਸੀ ਕਿ ਵਾਈਟ ਉਦੋਂ ਹੋਊਗਾ ਜਦੋਂ ਰਿਸੈਸਿਵ ਕੰਡੀਸ਼ਨ ਹੋਊ, ਹੋਮੋਲੋਗਸ ਰਿਸੈਸਿਵ ਕੰਡੀਸ਼ਨ। ਹੁਣ ਇਹਦੇ ਵਿੱਚ ਦੇਖੋ ਆਰ ਛੋਟੇ ਨੇ, ਦੋਨੇ ਆਰ ਛੋਟੇ ਨੇ, ਹੋਮੋਲੋਗਸ ਕੰਡੀਸ਼ਨ ਦੇ ਵਿੱਚ ਪਏ ਨੇ, ਠੀਕ ਹੈ। ਇਸ ਕਰਕੇ 4 ਹੀ ਨੇ ਜਿਹੜੇ ਇਹ ਵਾਈਟ ਪ੍ਰੋਡਿਊਸ ਹੋ ਜਾਣਗੇ, ਇਸ ਲਈ ਇਹਨਾਂ ਦੀ ਨੋਰਮਲ ਜੀ ਰੇਸ਼ੋ ਆਉਂਦੀ ਹੈ 9:3:4, ਠੀਕ ਹੈ। ਨੈਕਸਟ ਆਉਂਦਾ ਉਹ ਹੁੰਦਾ ਕੰਪਲੀਮੈਂਟਰੀ ਜੀਨ ਇੰਟਰੈਕਸ਼ਨ, ਮਤਲਬ ਕਿ ਇਹਦੇ ਵਿੱਚ ਜਿਹੜੀ ਰੇਸ਼ੋ ਆਊਗੀ ਉਹ 9:7 ਆਉਂਦੀ ਹੁੰਦੀ ਆ। ਅਤੇ ਹੁਣ ਆਪਾਂ ਦੇਖ ਲੈਂਦੇ ਇਹਦੇ ਵਿੱਚ ਕੀ ਹੁੰਦਾ, ਬੋਥ ਡੋਮੀਨੈਂਟ ਅਲੀਲਸ ਵਨ ਪ੍ਰੈਜੈਂਟ ਟੂਗੈਦਰ ਈਚ ਅਦਰ ਆਰ ਕੰਪਲੀਮੈਂਟਰੀ ਜੀਨਸ ਪ੍ਰੋਡਿਊਸ ਆਰ ਡਿਫਰੈਂਟ ਜੀਨੋਟਾਈਪਿਕ, ਮਤਲਬ ਕਿ ਜਿਹੜੇ ਜੀਨਸ ਨੇ ਜਦੋਂ ਦੋਨੇ ਡੋਮੀਨੈਂਟ ਜੀਨ ਇੱਕ ਦੇ ਵਿੱਚ ਕੰਬਾਈਨ ਪਏ ਹੋਣ ਤਾਂ ਉਹ ਜਿਹੜਾ ਫਿਨੋਟਾਈਪ ਆ ਮਤਲਬ ਉਹਦੀ ਜਿਹੜੀ ਫਿਜ਼ੀਕਲ ਅਪੀਅਰੈਂਸ ਉਹ ਡਿਫਰੈਂਟ ਹੋ ਜਾਂਦੀ ਆ। ਜਿਵੇਂ ਆਪਾਂ ਇਹਦੇ ਵਿੱਚ ਗੱਲ ਕਰਦੇ ਹਾਂ ਕਿ ਇੱਥੇ ਆਪਣੇ ਕੋਲ ਇੱਕ ਕੈਪੀਟਲ ਸੀ ਪਈ ਆ ਅਤੇ ਸਮੋਲ ਪੀ ਆ, ਇੱਧਰ ਸਮੋਲ ਸੀ ਅਤੇ ਕੈਪੀਟਲ ਪੀ, ਇਹਨਾਂ ਦੋਨਾਂ ਦੇ ਵਿੱਚ ਵਾਈਟ ਅਪੀਅਰੈਂਸ ਲੈ ਰਹੇ ਆ। ਇਹ ਫਲਾਰ ਦਾ ਕਲਰ ਆ ਸਵੀਟ ਪੀ ਪਲਾਂਟ ਦੇ ਵਿੱਚ, ਠੀਕ ਹੈ। ਉਹਦੇ ਵਿੱਚ ਹੁਣ ਜਦ ਇਹਦੇ ਵਿੱਚ ਜਿਹੜਾ ਡੋਮੀਨੈਂਟ ਉਹ ਸੀ ਆ, ਇਹਦੇ ਵਿੱਚ ਡੋਮੀਨੈਂਟ ਆ ਪੀ ਆ, ਠੀਕ ਹੈ। ਤਾਂ ਜਦੋਂ ਇਹ ਜਿਹੜਾ ਸੀ ਅਤੇ ਪੀ ਆ ਜਦੋਂ ਇਹ ਕਰੈਕਟਰ ਦੋਨੇ ਇਕੱਠੇ ਪਏ ਹੋਣਗੇ ਤਾਂ ਉਹਨਾਂ ਉਹ ਡਿਫਰੈਂਟ ਫਿਨੋਟਾਈਪ ਬਣਾਉਣਗੇ, ਮਤਲਬ ਕਿ ਇਹਦੇ ਵਿੱਚ ਹੁਣ ਜਿਹੜਾ ਕਲਰ ਹੈਗਾ ਉਹ ਵਾਈਟ ਆ ਬਟ ਉਹਦੇ ਵਿੱਚ ਕਲਰ ਡਿਫਰੈਂਟ ਹੋ ਜੂ, ਮਤਲਬ ਕਿ ਜੇ ਆਪਣੇ ਕੋਲ ਸੀ ਪੀ ਆਹ 2 ਚੀਜ਼ਾਂ ਪਈਆਂ ਹਨ ਤਾਂ ਇਹ ਕਲਰ ਡਿਫਰੈਂਟ ਬਣਾ ਦੇਣਗੇ, ਮਤਲਬ ਉਹਦਾ ਵਾਈਟ ਕਲਰ ਨਹੀਂ ਆਊਗਾ, ਠੀਕ ਹੈ। ਅਤੇ ਇਹਦੇ ਵਿੱਚ ਕਹਿੰਦਾ ਕਿ ਜਿਹੜਾ ਪਰਟੀਕੂਲਰ ਫਿਨੋਟਾਈਪ ਆ ਕੰਟਰੋਲ ਕੀਤਾ ਜਾਂਦਾ 2 ਡੋਮੀਨੈਂਟ ਜੀਨਸ ਨਾਲ, ਉਹੀ ਕਿ ਜਿਹੜੇ ਆਹ 2 ਡੋਮੀਨੈਂਟ ਜੀਨਸ ਨੇ ਇਹਦੇ ਨਾਲ ਇੱਕ ਪਰਟੀਕੂਲਰ ਫਿਨੋਟਾਈਪ ਮਤਲਬ ਅਲੱਗ ਕਲਰ ਆ ਜਿਹੜਾ ਉਹ ਪ੍ਰੋਡਿਊਸ ਕੀਤਾ ਜਾਊਗਾ। ਇਹਦੀ ਐਗਜ਼ਾਮਪਲ ਹੈਗੀ ਆ ਫਲਾਰ ਕਲਰ ਇਨ ਸਵੀਟ ਪੀ, ਮਤਲਬ ਕਿ ਜਿਹੜਾ ਸਵੀਟ ਪੀ ਦਾ ਪਲਾਂਟ ਹੁੰਦਾ ਉਹਦੇ ਵਿੱਚ ਜਿਹੜਾ ਫਲਾਰ ਕਲਰ ਆ ਉਹਦਾ ਕ੍ਰੋਸ ਕਰਵਾਇਆ ਗਿਆ। ਇਹਦੇ ਵਿੱਚ 2 ਪੇਰੈਂਟਸ ਲੈ ਲਏ, ਇੱਕ ਕੈਪੀਟਲ ਸੀ ਅਤੇ ਸਮੋਲ ਪੀ, ਇੱਧਰ ਸਮੋਲ ਸੀ ਅਤੇ ਕੈਪੀਟਲ ਪੀ, ਦੋਨਾਂ ਦਾ ਕਲਰ ਆ ਜਿਹੜਾ ਵਾਈਟ ਆ, ਠੀਕ ਹੈ। ਇਹ ਤੋਂ ਜਦੋਂ ਗੈਮਿਟਸ ਬਣ ਗਏ ਤਾਂ ਇਹਦਾ ਜਿਹੜਾ ਗੈਮਿਟ ਆ ਉਹ ਬਣ ਜੂਗਾ ਸੀ ਪੀ ਕੈਪੀਟਲ ਸੀ ਸਮੋਲ ਪੀ, ਅਤੇ ਇਹਦੇ ਵਿੱਚ ਬਣ ਜੂ ਸਮੋਲ ਸੀ ਕੈਪੀਟਲ ਪੀ। ਅਤੇ ਜਦੋਂ ਇਹਨਾਂ ਦੀ F1 ਜਨਰੇਸ਼ਨ ਆਊਗੀ ਦੋਨਾਂ ਨੂੰ ਕ੍ਰੋਸ ਕਰਵਾਇਆ ਜਾਊਗਾ ਤਾਂ ਬਣੂ ਕੈਪੀਟਲ ਸੀ ਸਮੋਲ ਪੀ ਕੈਪੀਟਲ ਪੀ ਅਤੇ ਸਮੋਲ ਪੀ, ਠੀਕ ਹੈ। ਕੈਪੀਟਲ ਸੀ ਕੈਪੀਟਲ ਪੀ ਸਮੋਲ ਪੀ, ਇਹ ਇਹਦੀ F1 ਜਨਰੇਸ਼ਨ ਆ ਗਈ। ਹੁਣ ਆਪਾਂ ਦੇਖਦੇ ਹਾਂ F2 ਜਨਰੇਸ਼ਨ। ਇਹਦੇ ਵਿੱਚ ਆਪਾਂ ਪਹਿਲਾਂ ਕੀ ਕਰਾਂਗੇ, ਹੁਣ ਆਪਣੇ ਕੋਲ ਜਿਹੜੇ ਇਹਦੇ ਗੈਮਿਟਸ ਬਣਨਗੇ ਅੱਗੇ, ਇਹਦੇ ਹੁਣ ਆਪਾਂ ਗੈਮਿਟਸ ਦੇਖਦੇ ਹਾਂ ਕਿ ਇਹਦਾ ਬਣੂਗਾ ਜਿਵੇਂ ਸੀ ਪੀ, ਠੀਕ ਹੈ। ਆਹ ਚਾਰੇ ਲਿਖ ਲਏ। ਹੁਣ ਇਹਨਾਂ ਕੈਪੀਟਲ ਪੀ ਅਤੇ ਕੈਪੀਟਲ ਪੀ ਨਾਲ ਆ ਜੂਗੀ ਸਮੋਲ ਸੀ ਨਾਲ ਆ ਜੂਗੀ ਕੈਪੀਟਲ ਪੀ ਅਤੇ ਸਮੋਲ ਪੀ ਨਾਲ ਆ ਜੂਗੀ ਕੈਪੀਟਲ ਸੀ। ਇਹ ਆਪਣੇ 4 ਗੈਮਿਟਸ ਬਣਨਗੇ ਜਿਨ੍ਹਾਂ ਨੂੰ ਆਪਾਂ ਨੇ ਕ੍ਰੋਸ ਕਰਾਉਣਾ ਸੈਲਫਿੰਗ ਕਰਕੇ, ਮਤਲਬ ਕਿ ਇਹਦੇ ਵਿੱਚ ਜਿਹੜੇ ਗੈਮਿਟਸ ਬਣ ਗਏ ਜਿਵੇਂ ਆਪਾਂ ਇਹਦੇ ਵਿੱਚ ਦੇਖਿਆ ਸੀ ਕਿ ਜਿਹੜਾ ਬਿਗ ਸੀ ਆ ਅਤੇ ਸਮੋਲ ਪੀ ਆ ਇਹਦੇ ਵਿੱਚੋਂ ਇੱਕ ਸੀ ਆ ਗਿਆ ਇੱਕ ਪੀ ਆ ਗਿਆ, ਅਤੇ ਉੱਦਾਂ ਹੀ ਇਹਦੇ ਵਿੱਚੋਂ ਇੱਕ ਸੀ ਆ ਗਿਆ ਸੀ ਇੱਕ ਪੀ ਆ ਗਿਆ ਸੀ। ਹੁਣ ਜਦ ਇਹਨਾਂ ਦੇ ਦੋਨਾਂ ਦੇ ਕ੍ਰੋਸ ਹੋ ਤਾਂ ਇਹਦੇ ਵਿੱਚੋਂ ਵੀ ਸਿਮੀਲਰ ਇੱਦਾਂ ਹੀ 4 ਗੈਮਿਟਸ ਬਣ ਜਾਣਗੇ। ਇਹਨੂੰ ਈਜ਼ਲੀ ਯਾਦ ਕਰਨ ਦਾ ਤਰੀਕਾ ਇਹ ਕਰੋ, ਜਿਵੇਂ ਇੱਕ ਕੈਪੀਟਲ ਸੀ ਦੋਨੇ ਰੱਖ ਲਓ, ਫਿਰ ਸਮੋਲ ਸੀ, ਠੀਕ ਹੈ। ਮਤਲਬ 4 ਆਪਾਂ ਸੀਆਂ ਲੈ ਲਈਆਂ। ਹੁਣ ਉਹਦੇ ਨਾਲ ਆਪਾਂ ਨੇ ਜਿਹੜੀ ਅਪੀਅਰੈਂਸ ਆ ਉਹ ਦੇਖਣੀ ਆ ਕਿ ਜਿਹੜਾ ਕੈਪੀਟਲ ਸੀ ਆ ਉਹਦੇ ਨਾਲ ਕੈਪੀਟਲ ਪੀ ਲਗਾਤੀ, ਠੀਕ ਹੈ। ਕੈਪੀਟਲ ਸੀ ਆ ਉਹਦੇ ਨਾਲ ਇੱਕ ਸਮੋਲ ਸੀ ਆ ਗਈ, ਠੀਕ ਹੈ। ਫਿਰ ਇੱਥੇ ਸਮੋਲ ਸੀ ਆ ਉਹਦੇ ਨਾਲ ਇੱਕ ਕੈਪੀਟਲ ਪੀ ਆ ਗਈ, ਇੱਕ ਇੱਥੇ ਸਮੋਲ ਪੀ ਆਊਗੀ, ਠੀਕ ਆ। ਮਤਲਬ ਕਿ ਇਹਦੇ ਵਿੱਚ ਸਾਰੇ ਉਹ ਕਰੈਕਟਰਸ ਆ ਜਾਣੇ ਚਾਹੀਦੇ ਆ ਜਿਹੜੇ ਇਹ ਤੋਂ ਫੋਰਮ ਹੁੰਦੇ ਆ, ਠੀਕ ਹੈ। ਤਾਂ ਉਹਨਾਂ ਨੂੰ ਹੁਣ ਆਪਾਂ ਦੋਨਾਂ ਨੂੰ ਆਪਸ ਦੇ ਵਿੱਚ ਜਨਰੇਸ਼ਨ ਬਣਾ ਦਾਂਗੇ। ਉਹਦੇ ਵਿੱਚ ਕੀ ਹੋ, ਇਹਨਾਂ ਦੀ ਕ੍ਰੋਸਿੰਗ ਕਰਨੀ ਸੀ ਨੂੰ ਸੀ ਨਾਲ ਪੀ ਨੂੰ ਪੀ ਨਾਲ, ਤਾਂ ਬਣ ਜੂ ਸੀ ਪੀ ਅਤੇ ਇੱਦਾਂ ਹੀ ਆ ਸਾਰੇ ਆਪਾਂ ਕ੍ਰੋਸ ਕਰ ਲੈਂਦੇ ਹਾਂ। ਪਹਿਲਾਂ ਕੈਪੀਟਲ ਸੀ ਕੈਪੀਟਲ ਪੀ ਅਤੇ ਸਮੋਲ ਪੀ,
ਫਿਰ ਇੱਦਾਂ ਹੀ ਕੈਪੀਟਲ ਸੀ, ਸਮੋਲ ਸੀ, ਕੈਪੀਟਲ ਪੀ ਇੱਦਾਂ ਹੀ ਆ ਸਾਰਿਆਂ ਨੂੰ। ਇਹਨੂੰ ਇਹਦੇ ਨਾਲ, ਫਿਰ ਇਹਨੂੰ ਇਹਦੇ ਨਾਲ, ਇੱਦਾਂ ਦਾ ਕਰਕੇ ਸਾਰਾ ਆਪਾਂ ਪਹਿਲਾਂ ਇਹਨੂੰ ਫਿਲ ਕਰ ਲੈਂਦੇ ਹਾਂ। ਸਾਰੇ ਉਹਦੇ ਕ੍ਰੋਸ ਮਲਟੀਪਲਾਈ ਕਰਕੇ ਬਣਾ ਚੁੱਕੇ ਹਾਂ। ਹੁਣ ਇਹਦੇ ਵਿੱਚ ਆਪਾਂ ਕੀ ਦੇਖਿਆ ਸੀ ਕਿ ਜਦੋਂ ਜਿਹੜੀ ਸੀ ਪੀ ਆ, ਮਤਲਬ ਕਿ ਜਦੋਂ ਜਿਹੜੇ ਡੋਮੀਨੈਂਟ ਕਰੈਕਟਰ ਨੇ ਦੋਨੋਂ ਦੇ, ਉਹ ਜਦ ਇੱਕ ਦੇ ਵਿੱਚ ਆ ਜਾਣਗੇ ਤਾਂ ਉਹ ਡਿਫਰੈਂਟ ਕਲਰ ਪ੍ਰੋਡਿਊਸ ਕਰਨਗੇ, ਮਤਲਬ ਉਹਦਾ ਕਲਰ ਜਿਹੜਾ ਵਾਈਟ ਨਹੀਂ ਹੋਊਗਾ। ਅਤੇ ਹੁਣ ਆਪਾਂ ਦੇਖਦੇ ਹਾਂ ਉਹ ਜਿਹੜਾ ਕਲਰ ਪ੍ਰੋਡਿਊਸ ਕਰਨਗੇ ਉਹ ਪਰਪਲ ਹੋਊਗਾ। ਅਤੇ ਹੁਣ ਇਹਦੇ ਵਿੱਚ ਦੇਖੋ ਕੈਪੀਟਲ ਪੀ ਵੀ ਆ, ਕੈਪੀਟਲ ਸੀ ਵੀ ਆ, ਤਾਂ ਮਤਲਬ ਇਹ ਪਰਪਲ ਆ। ਠੀਕ ਹੈ, ਇੱਦਾਂ ਹੁਣ ਆਪਾਂ ਸਾਰੇ ਦੇ ਵਿੱਚ ਦੇਖ ਕੇ ਉਹ ਲਗਾ ਲੈਂਦੇ ਹਾਂ। ਹੁਣ ਇਹਦੇ ਵਿੱਚ ਕੈਪੀਟਲ ਸੀ ਆ ਅਤੇ ਕੈਪੀਟਲ ਪੀ ਵੀ, ਇਸ ਲਈ ਵੀ ਪਰਪਲ ਆ। ਇਹਦੇ ਵਿੱਚ ਕੈਪੀਟਲ ਸੀ ਵੀ ਆ, ਕੈਪੀਟਲ ਪੀ ਵੀ ਆ, ਵੀ ਪਰਪਲ ਆ। ਕੈਪੀਟਲ ਸੀ ਵੀ ਆ, ਪੀ ਵੀ ਆ, ਇਹ ਵੀ ਪਰਪਲ ਆ। ਸਿਮਿਲਰਲੀ ਆ ਵੀ ਪਰਪਲ ਆ। ਆਹ ਪਰਪਲ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਕੈਪੀਟਲ ਸੀ ਤਾਂ ਹੈਗੀ ਆ ਬਟ ਸਮੋਲ ਪੀ ਆ। ਇਹਦੇ ਵਿੱਚ ਆਪਾਂ ਕੀ ਦੇਖਿਆ ਸੀ ਕਿ ਜਦੋਂ ਦੋਨਾਂ ਦੇ ਜਿਹੜੇ ਡੋਮੀਨੈਂਟ ਕਰੈਕਟਰ ਨੇ ਉਹ ਹੋਣਗੇ ਤਾਂ ਕਲਰ ਚੇਂਜ ਹੋਊਗਾ। ਹੁਣ ਇਹਦੇ ਵਿੱਚ ਜਿਹੜਾ ਡੋਮੀਨੈਂਟ ਸੀਗਾ ਉਹ ਸੀ, ਇਹਦੀ ਡੋਮੀਨੈਂਟ ਪੀ ਸੀ, ਅਤੇ ਜਦੋਂ ਇਹ ਦੋਨੇ ਕਰੈਕਟਰ ਡੋਮੀਨੈਂਟ ਇੱਕ ਦੇ ਵਿੱਚ ਆ ਜਾਣਗੇ ਤਾਂ ਉਹ ਕਲਰ ਚੇਂਜ ਕਰੂ ਨਹੀਂ ਹੈ। ਅਤੇ ਇਹਦੇ ਵਿੱਚ ਸੀ ਤਾਂ ਡੋਮੀਨੈਂਟ ਹੈਗੀ ਆ ਪਰ ਪੀ ਨਹੀਂ ਡੋਮੀਨੈਂਟ ਹੈਗੀ, ਉਹ ਸਮੋਲ ਦੇ ਵਿੱਚ ਆ, ਇਸ ਕਰਕੇ ਇਹਦੇ ਵਿੱਚ ਕਲਰ ਚੇਂਜ ਨਹੀਂ ਹੋਊਗਾ। ਤਾਂ ਨੈਕਸਟ ਦੇ ਵਿੱਚ ਫਿਰ ਕਲਰ ਚੇਂਜ ਹੋ ਜਾਊਗਾ, ਪਰਪਲ ਬਣ ਜਾਊਗਾ। ਉਸ ਤੋਂ ਨੈਕਸਟ ਦੇ ਵਿੱਚ ਵੀ ਸੀ ਅਤੇ ਪੀ ਡੋਮੀਨੈਂਟ ਨੇ, ਫਿਰ ਪੀ ਆ ਜਾਊਗਾ ਪਰਪਲ ਕਲਰ। ਇਹਦੇ ਵਿੱਚ ਵੀ ਪਰਪਲ ਕਲਰ, ਇਹਦੇ ਵਿੱਚ ਵੀ ਨਹੀਂ ਆਊਗਾ ਕਿਉਂਕਿ ਇਹਦੇ ਵਿੱਚ ਪੀ ਡੋਮੀਨੈਂਟ ਆ ਬਟ ਸੀ ਦਾ ਜਿਹੜਾ ਕਰੈਕਟਰ ਉਹ ਰਿਸੈਸਿਵ ਆ ਚੁੱਕਿਆ, ਮਤਲਬ ਕਿ ਛੋਟੀ ਪੀ ਆ, ਸੀ ਆ ਗਈ ਆ। ਇਹਦੇ ਵਿੱਚ ਵੀ ਸੇਮ ਛੋਟੀ ਸੀ ਆ, ਇਹਦੇ ਵਿੱਚ ਸੀ ਵੀ ਵੱਡੀ ਆ ਅਤੇ ਪੀ ਵੀ, ਇਹ ਫਿਰ ਪਰਪਲ ਬਣਾ ਦੂਗਾ। ਇਹਦੇ ਵਿੱਚ ਸੀ ਤਾਂ ਵੱਡੀ ਆ ਪਰ ਪੀ ਛੋਟੀ ਆ ਗਈ, ਇਹ ਵੀ ਨਹੀਂ ਬਣਾਊਗਾ ਅਤੇ ਇਹ ਵੀ ਨਹੀਂ, ਇਹ ਵੀ ਨਹੀਂ। ਠੀਕ ਹੈ, ਇੱਦਾਂ ਆਪਾਂ ਪਹਿਲਾਂ ਦੇਖ ਲੈਣਾ ਪਰਪਲ ਕਿਹੜੇ ਬਣਾਉਂਦੇ ਆ। ਹੁਣ ਜਿਹੜੇ ਆਪਣੇ ਕੋਲ ਰਹਿ ਗਏ ਕਰੈਕਟਰ, ਉਹਦੇ ਵਿੱਚ ਦੇਖੋ ਹੁਣ ਆਪਾਂ ਜਿਹੜੇ ਮੇਲ ਅਤੇ ਫੀਮੇਲ ਲਏ ਸੀਗੇ ਪਲਾਂਟਸ, ਉਹ ਦੋਨੇ ਵਾਈਟ ਕਲਰ ਦੇ ਫਲਾਵਰ ਸੀਗੇ। ਠੀਕ ਹੈ, ਫਲਾਵਰ ਦਾ ਕਲਰ ਵਾਈਟ ਹੀ ਸੀਗਾ, ਤਾਂ ਇਸ ਕਰਕੇ ਆਪਾਂ ਨੂੰ ਇੱਥੇ ਹੋਰ ਕੁਛ ਦੇਖਣ ਦੀ ਲੋੜ ਨਹੀਂ ਗੀ ਕਿਉਂਕਿ ਚਾਹੇ ਤਾਂ ਇਹਦੇ ਵਿੱਚ ਹੋਮੋਜ਼ਾਈਗਸ ਕੰਡੀਸ਼ਨ ਹੋਵੇ ਚਾਹੇ ਹੈਟਰੋਜ਼ਾਈਗਸ ਹੋਵੇ। ਠੀਕ ਹੈ, ਮਤਲਬ ਕਿ ਚਾਹੇ ਦੋਨੇ ਸਿਮਿਲਰ ਹੋਣ ਚਾਹੇ ਦੋਨੇ ਡਿਫਰੈਂਟ ਹੋਣ, ਬਣਨਾ ਤਾਂ ਉਹ ਵਾਈਟ ਹੀ ਆ। ਜੇ ਇੱਥੇ ਮੇਲ ਅਤੇ ਫੀਮੇਲ ਦਾ ਫ਼ਰਕ ਹੁੰਦਾ ਫਿਰ ਇੱਥੇ ਕਲਰ ਚੇਂਜ ਹੋਣਾ ਸੀ। ਹੁਣ ਆਪਾਂ ਜਿਹੜੇ ਬਾਕੀ ਸਾਰੇ ਬਚ ਗਏ ਨੇ ਉਹ ਵਾਈਟ ਰਹਿ ਜਾਣਗੇ। ਠੀਕ ਹੈ, ਆਪਾਂ ਉਹਨਾਂ ਨੂੰ ਵਾਈਟ ਪੁੱਟ ਕਰ ਦਿੰਦੇ ਹਾਂ। ਠੀਕ ਹੈ, ਤਾਂ ਹੁਣ ਆਪਾਂ ਦੇਖੋ ਜਿਹੜੇ ਪਰਪਲ ਨੇ ਉਹ ਕਿੰਨੇ ਆਏ, 1 2 3 4 5 6 7 8 ਅਤੇ ਆ ਵੀ ਵਾਈਟ ਆ ਜੂਗਾ। ਠੀਕ ਹੈ, ਦੇਖੋ ਹੁਣ 1 2 3 4 5 6 7 8 9। ਠੀਕ ਹੈ, 9 ਨੇ ਜਿਹੜੇ ਉਹ ਪਰਪਲ ਆ ਗਏ। ਤਾਂ ਹੁਣ ਆਪਾਂ ਇਹਦੀ ਰੇਸ਼ੋ ਦੇਖਾਂਗੇ 9। ਠੀਕ ਹੈ, ਆਪਾਂ ਪਰਪਲ ਤੋਂ ਵਾਈਟ ਦੀ ਰੇਸ਼ੋ ਦੇਖ ਰਹੇ, ਰਾਈਟ ਰੇਸ਼ੋ ਆ ਗਈ। ਹੁਣ ਵਾਈਟ ਦੇਖੋ 1 2 3 4 5 6 7, ਤਾਂ ਜਿਹੜੇ ਵਾਈਟ ਨੇ ਉਹਦੀ ਰੇਸ਼ੋ ਕਿੰਨੀ, 7। ਤਾਂ ਮਤਲਬ ਪਰਪਲ ਅਤੇ ਵਾਈਟ ਦੀ 9:7 ਆਉਣੀ ਸੀ। ਉਹੀ ਆਪਾਂ ਪ੍ਰੂਫ ਕਰਨਾ ਸੀ ਕਿ ਕੰਪਲੀਮੈਂਟ ਦੇ ਵਿੱਚ 9:7 ਆਉਂਦੀ ਆ। ਪਾਉਂਦੀ ਆ ਉਹ ਹੈਗੀ ਇਨਹਿਬਿਟਰੀ ਜੀਨ ਐਕਸ਼ਨ। ਇਹਦੇ ਵਿੱਚ ਜਿਹੜੀ ਰੇਸ਼ੋ ਬਣਦੀ ਆ ਉਹ 13:3 ਬਣਦੀ ਹੈ। ਠੀਕ ਹੈ, ਮਤਲਬ ਕਿ 13 ਪਲਾਂਟਸ ਨੇ ਉਹ ਇੱਕ ਟਾਈਪ ਦੇ ਬਣਨਗੇ, 3 ਪਲਾਂਟਸ ਇੱਕ ਟਾਈਪ ਦੇ। ਇਹਦੇ ਵਿੱਚ ਕੀ ਹੁੰਦਾ, ਵੈਨ ਡੋਮੀਨੈਂਟ ਅਲੀਲ ਆਫ ਵਨ ਜੀਨ ਬੀ ਇਨ ਹੋਮੋਜ਼ਾਈਗਸ ਕੰਡੀਸ਼ਨ BB ਐਂਡ ਹੈਟਰੋਜ਼ਾਈਗਸ BB ਕੰਡੀਸ਼ਨ ਪ੍ਰੋਡਿਊਸ ਸੇਮ ਫਿਨੋਟਾਈਪ। ਮਤਲਬ ਕਿ ਇਹਦੇ ਵਿੱਚ ਹੁਣ ਜਿਹੜੀ ਆਪਾਂ ਐਗਜ਼ਾਮਪਲ ਲੈਂਦੇ ਉਹਨਾਂ ਨੂੰ ਦੇਖਦੇ ਹਾਂ। ਇਹਦੇ ਵਿੱਚ ਆਪਾਂ ਪੇਰੈਂਟਸ ਦੀ ਐਗਜ਼ਾਮਪਲ ਇਹ ਕਿ ਇੱਕ ਤਾਂ ਕੈਪੀਟਲ I ਆ, ਫਿਰ ਸਮੋਲ PP ਆ, ਇੱਕ ਸਮੋਲ I ਆ ਅਤੇ ਕੈਪੀਟਲ PP ਆ। ਜਿਹੜਾ ਕੈਪੀਟਲ I ਵਾਲਾ ਉਹ ਗ੍ਰੀਨ ਪਲਾਂਟ ਆ, ਜਿਹੜਾ ਸਮੋਲ I ਵਾਲਾ ਉਹ ਪਰਪਲ ਆ। ਅਤੇ ਇਹਦੇ ਡੈਫੀਨੇਸ਼ਨ ਦੇ ਥਰੂ ਉਹ ਕਹਿ ਰਿਹਾ ਕਿ ਜੇ ਹੁਣ ਆਹ ਜਿਹੜਾ I ਆ ਚਾਹੇ ਤਾਂ ਉਹ ਇੱਦਾਂ ਪ੍ਰੈਜੈਂਟ ਹੋਵੇ ਚਾਹੇ ਉਹ ਇੱਦਾਂ ਪ੍ਰੈਜੈਂਟ ਹੋਵੇ। ਠੀਕ ਹੈ, ਤਾਂ ਆਹ ਦੋਨੇ ਚੀਜ਼ਾਂ ਗ੍ਰੀਨ ਪਲਾਂਟ ਹੀ ਬਣਾਉਣਗੀਆਂ। ਮਤਲਬ ਕਿ ਚਾਹੇ ਤਾਂ ਆਹ ਦੋਨੇ ਆਈਆਂ ਪ੍ਰੈਜੈਂਟ ਹੋਣ ਜਾਂ ਫਿਰ ਆਹ ਇੱਕ ਆਈ ਨਾ ਆਹ ਆਈ ਪ੍ਰੈਜੈਂਟ ਹੋਵੇ ਤਾਂ ਉਹ ਗ੍ਰੀਨ ਪਲਾਂਟ ਹੀ ਬਣਾਊਗੀ, ਕਦੇ ਵੀ ਪਰਪਲ ਪਲਾਂਟ ਨਹੀਂ ਬਣਾਊ। ਠੀਕ ਹੈ, ਤਾਂ ਉਸ ਤੋਂ ਬਾਅਦ ਕਹਿੰਦਾ ਹੋਮੋਜ਼ਾਈਗਸ ਰਿਸੈਸਿਵ BB ਕੰਡੀਸ਼ਨ ਪ੍ਰੋਡਿਊਸ ਡਿਫਰੈਂਟ ਫਿਨੋਟਾਈਪ। ਮਤਲਬ ਕਿ ਜੇ ਹੋਮੋਜ਼ਾਈਗਸ ਕੰਡੀਸ਼ਨ ਆਈ ਵੀ, ਮਤਲਬ ਕਿ ਆਹ ਦੋਨੇ ਸੇਮ ਆ ਜਾਣ, ਮਤਲਬ ਕਿ I ਆਹ ਦੋਨੇ ਆ ਜਾਵੇ ਤਾਂ ਉਹ ਡਿਫਰੈਂਟ ਪਲਾਂਟ ਬਣਾਊਗੀ। ਜੇ ਉਹਦਾ ਇੱਕ ਕੈਪੀਟਲ I ਹੋਵੇ ਜਾਂ ਦੋਨੇ ਕੈਪੀਟਲ ਹੋਣ ਤਾਂ ਉਹ ਡਿਫਰੈਂਟ ਨਹੀਂ ਬਣਾਊਗੀ। ਠੀਕ ਹੈ, ਫਿਰ ਆ ਗਿਆ ਹੋਮੋਜ਼ਾਈਗਸ ਰਿਸੈਸਿਵ BB ਕੰਡੀਸ਼ਨ ਇਨਹਿਬਿਟ ਫਿਨੋਟਾਈਪ ਐਕਸਪ੍ਰੈਸ਼ਨ ਆਫ ਅਨਦਰ। ਠੀਕ ਹੈ, ਮਤਲਬ ਕਹਿੰਦੇ ਜਦੋਂ ਆਹ ਵਾਲੀ ਪ੍ਰੈਜੈਂਟ ਹੋਊਗੀ, ਠੀਕ ਹੈ I ਤਾਂ ਇਹ ਜਿਹੜਾ ਆਹ PP ਆ ਇਹਨੂੰ ਨਹੀਂ ਡੋਮੀਨੇਟ ਹੋਣ ਦਿਓ। ਮਤਲਬ ਕਿ ਜਦੋਂ ਆਹ I ਆ ਗਈ ਤਾਂ ਮਤਲਬ ਉਹ ਪਰਪਲ ਪਲਾਂਟ ਬਣਾਊ, ਉਹ ਗ੍ਰੀਨ ਨਹੀਂ ਬਣਾਊਗੀ। ਠੀਕ ਹੈ, ਤਾਂ ਇਹਨੂੰ ਆਪਾਂ ਐਗਜ਼ਾਮਪਲ ਨਾਲ ਦੇਖਦੇ ਹਾਂ। ਪਹਿਲਾਂ ਤਾਂ ਜੇ F1 ਜਨਰੇਸ਼ਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੀ IP ਆ ਆਹ ਗੈਮਟ ਬਣ ਜੂਗਾ, ਇਹਦੇ ਵਿੱਚ IP ਆਹ ਗੈਮਟ ਬਣ ਜੂਗਾ। ਠੀਕ ਹੈ, ਅਤੇ ਇਹਦੀ F1 ਜਨਰੇਸ਼ਨ ਆ ਉਹ ਆ ਜੂਗੀ IIPP ਆ ਜੂਗੀ। ਅਤੇ ਸੇਮ ਆਪਾਂ ਜਿਵੇਂ ਪਹਿਲੇ ਦੇ ਵਿੱਚ ਗੈਮਿਟਸ 4 ਬਣਾਏ ਸੀਗੇ, ਉੱਦਾਂ ਇਹਦੇ ਵਿੱਚ 4 ਗੈਮਿਟਸ ਬਣਾ ਕੇ F2 ਜਨਰੇਸ਼ਨ ਦੇ ਵਿੱਚ ਉਹਨਾਂ ਦਾ ਕ੍ਰੋਸ ਕਰਵਾਉਂਦੇ ਹਾਂ। ਤਾਂ ਇਹਨੂੰ ਵੀ ਸੇਮ ਉੱਦਾਂ ਹੀ I ਨੂੰ I ਨਾਲ ਕੈਪੀਟਲ I ਕੈਪੀਟਲ P ਅਤੇ ਉੱਦਾਂ ਹੀ
ਇਹਦੇ ਵਿੱਚ ਹੁਣ आई कैपिटल आ, इधर स्मॉल आ, तो इत्थे आई कैपिटल स्मॉल तो पी इधर भी कैपिटल इधर भी पी, इसलिए इत्थे दोने कैपिटल पी आ जाएंगे। फिर उस तो बाद इत्थे फिर कैपिटल आई स्मॉल आई बिग पी तो स्मॉल पी, ठीक है। उदा ही आ सारे ने जिहड़े ये मल्टीप्लाई हो जाएंगे, आई आई पी पी 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 आई आई पी ते पी, ठीक है। आई आई पी पी आई आई पी पी आई आई पी पी आई आई पी पी। ਹੁਣ ਇਹਦੇ ਵਿੱਚ ਆਪਾਂ ਕਿਹਾ ਸੀ ਕਿ ਜਦੋਂ ਆਹ ਵਾਲੇ ਮਤਲਬ ਕਿ ਜਿੱਥੇ ਕੈਪੀਟਲ ਆਈ ਆ ਗਈ ਉੱਥੇ ਹਮੇਸ਼ਾ ਗ੍ਰੀਨ ਪਲਾਂਟ ਬਣੂਗਾ, ਠੀਕ ਹੈ। ਤਾਂ ਹੁਣ ਇਹਦੇ ਵਿੱਚ ਆਪਾਂ ਕੀ ਦੇਖਣਾ ਕਿ ਕੈਪੀਟਲ ਆਈ ਕਿੱਥੇ ਕਿੱਥੇ ਆਈ ਆ, ਉੱਥੇ ਉੱਥੇ ਜਿਹੜਾ ਗ੍ਰੀਨ ਪਲਾਂਟ ਆ ਉਹ ਪ੍ਰੋਡਿਊਸ ਹੋਣਾ, ਅਤੇ ਆਪਾਂ ਉਹਨੂੰ ਮੈਂਸ਼ਨ क्रॉस बनाने तो बाद हम देखो कि जिहदे विच आपां कह रहे सी भी जिहदे विच जिवें जिहड़ा आई आई आ जां आई आई आ है ना, वो दोनों ग्रीन बन गए, मतलब कि जिहदे विच आई जिहड़ी वड्डी आ वो ग्रीन बनाऊगा, ठीक है। तो आपां हुण देख लैंदे जिहदे विच वड्डी वड्डी आई आ वो सारे ग्रीन बन गए, जिवें आई इहदे विच वड्डी आ गई तो बनूगा ग्रीन, ठीक है। तो इहदे विच वड्डी आई आ गई ये भी बनूगा ग्रीन, ठीक है। ये आई वड्डी ये भी ग्रीन बन जूगा, ये भी वड्डी आई ये भी ग्रीन बन जूगा, ये भी आई वड्डी ये भी ग्रीन बन जू, ये भी तो ये भी, ठीक है। ये भी हुण चाहे आई नाल छोटी हैगी बट वड्डी भी तो हैगी ना, इस करके आ भी जी। हुण ये आपां कह रहे सी भी जिहड़ी आई आ वो चाहे होमोच होवे चाहे हैट्रोजाइगस दे विच, ठीक है। बट आई जिहड़ी आ एक वड्डी नाल होनी चाहिए, बट इहदे विच वो नहीं हैगी, इस करके इत्थे ग्रीन नहीं बनूगा। इत्थे भी छोटी आई आ गई, इत्थे भी ग्रीन नहीं बनू, इत्थे वड्डी आई आ गई ये भी ग्रीन प्लांट बन जूगा, इत्थे वड्डी आई इत्थे नहीं बनगे, ठीक है। तो हुण जिहड़े आ चार रह गए आ तो ग्रीन प्लांट बाकी सारे आपां देख लए बन गए। हुण ये चार परपल बन गए क्योंकि आपां इहदे विच कीता सी होमोजाइगस रिसेसिव बीबी कंडीशन इनहिबिट द फिनोटाइप, ठीक है। मतलब जिवें हुण इहदे विच आ गई आई आई आ तो जिहड़ी बिग पी आ गई इहनूं इनहिबिट कर दूगा, मतलब कि ये अपना जिहड़ा करैक्टर आ वो शो करूगा, ठीक है। तो इहदे विच करैक्टर जिवें होमोजाइगस रिसेसिव बीबी कंडीशन प्रोड्यूस डिफरेंट फिनोटाइप, ठीक है। इहदे नालों डिफरेंट फिनोटाइप प्रोड्यूस करूगा। तो इत्थे जिहड़ा आई आई सीगा वो की सी परपल, तो जिहड़े आह प्लांट्स ने इन्हां दे विच भी वो जिहड़ा कलर आ वो परपल शो कर दूगा, मतलब कि जिहड़े हुण आह चार प्लांट्स मीनिंग ने वो परपल बन गए, ठीक है। लास्ट क्रॉस आ ये बन जूगा ग्रीन, क्योंकि इहदे विच जिहड़ा पी आ मतलब कि ये सीगा डोमीनेंस दे विच, ग्रीन प्लांट दे कोल की सीगा जां तां स्मॉल पी सी जां बिग आई सीगी, ठीक है। तो इत्थे जिहड़ा स्मॉल पी है, इत्थे देखो एक बिग एक स्मॉल, एक दोने बिग ने एक स्मॉल एक बिग है ना, इस करके इत्थे दोने जब स्मॉल पीस आएंगे तो इत्थे जिहड़ा ग्रीन प्लांट वो बन जूगा। हुण इहदी रेशो देखो कितनी बन गई, ग्रीन प्लांट्स कितने 1 2 3 4 5 6 7 8 9 10 11 12 एंड 13, तो ग्रीन प्लांट्स की रेशो आ गई 13। फिर रेशो उस तो परपल से कितने 1 2 3, ठीक है। कॉम्पलीमेंट्री दे विच आपां ही देख रहे सी भी जी रेशो 13 रेशो 3 आउंदी है। हुण जे नैक्सट टाइप आ वो आ गई डुप्लीकेशन जीन इंटरैक्शन, ठीक है। इहदे विच की हुंदा कि जिहड़ी रेशो आ वो 15:1 बनदी है प्लांट्स दी, ठीक है। इहदे विच की कहंदे आ व्हेन डोमीनेंट अलील ऑफ बोथ जीन लोकी प्रेजेंट ऑन सेम फिनोटाइप विदाउट कम्यूलेटिव इफेक्ट। कम्यूलेटिव इफेक्ट देख लो पहला की हुंदा एन इफेक्ट प्रोड्यूस बाय समथिंग हैपनिंग ओवर अ लॉन्ग पीरियड। हुण इहदे विच कह रहे हैं कि जिहड़ा डोमीनेंट अलील आ मतलब कि जिवें आ देखो इहदे विच ए बी बी आ ये दोनों डोमीनेंट ने, ठीक है। जद दोनों डोमीनेंट अलील्स ने तां ये दोनों अलील्स सेम फिनोटाइपिक इफेक्ट प्रोड्यूस करनगे, मतलब कि जिहड़ा हुण इत्थे आपां एग्जांपल ले ए बी बी, इहदे विच की हुंदा कि जिहड़ा सीड कैप्सूल हुंदा मतलब जिहड़ी सीड दे बाहर कोटिंग हुंदी है वो ट्रायंगुलर शेप दी है, ठीक है। तो ये उदों हो चाहे तो इहदे विच ए होवे चाहे बी होवे, ठीक है। तो वो दोनों ट्रायंगल ही बनाउणगे, चाहे मतलब जिहड़ा इन्हां चों ए आ चाहे ओ आ जावे चाहे बी आ जावे तो दोनों ये ट्रायंगल शेप ही बनाउणगे, ठीक है। तो ਇਹਦੇ ਵਿੱਚ ਉਹੀ ਸਾਰਾ ਕੁਝ ਦੱਸਿਆ। ਇਸ ਤੋਂ ਬਾਅਦ ਐਗਜ਼ਾਮਪਲ ਦੇ ਵਿੱਚ ਦੇਖੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਸੀਡ ਕੈਪਸੂਲ ਆ ਉਹ 2 ਟਾਈਪ ਦਾ ਹੁੰਦਾ, ਠੀਕ ਹੈ। ਇੱਕ ਤਾਂ ਟ੍ਰਾਇੰਗੂਲਰ ਅਤੇ ਓਵਿਡ, ਠੀਕ ਆ, ਜਿਸ ਪਲਾਂਟ ਦੀ ਆਪਾਂ ਗੱਲ ਕਰ ਰਹੇ ਹਾਂ। ਇਹਦੇ ਵਿੱਚ ਕਹਿੰਦੇ ਜਿਹੜਾ ਓਵਿਡ ਆ ਉਹ ਉਦੋਂ ਆਊਗਾ ਜਦੋਂ ਜਿਹੜੇ ਹੋਮੋਲਾਈਗਸ ਰਿਸੈਸਿਵ ਹੋਣਗੇ ਦੋਨੇ ਜੀਨਸ, ਮਤਲਬ ਕਿ ਆ ਇੱਕ ਪੇਰੈਂਟ ਆ ਇੱਕ ਆਹ ਪੇਰੈਂਟ ਆ, ਠੀਕ ਹੈ। ਇੱਕ ਪੇਰੈਂਟ ਦੇ ਕੋਲ ਦੋਨੋਂ ਨੇ ਜਿਹੜੇ ਏ ਬੀ ਦੋਨੋਂ ਡੋਮੀਨੈਂਟ ਨੇ, ਇੱਕੋ ਦੋਨੇ ਰਿਸੈਸਿਵ ਨੇ। ਅਤੇ ਕਹਿੰਦੇ ਜਿਹੜਾ ਓਵਲ ਸ਼ੇਪ ਆ ਮਤਲਬ ਕਿ ਇੱਦਾਂ ਸਰਕਲ ਵਾਲੀ ਸ਼ੇਪ ਆ
ਵਰਡ ਸ਼ੇਪ ਉਹ ਉਦੋਂ ਹੀ ਆਊਗੀ ਜਦੋਂ ਹੋਮੋਜ਼ਾਈਗਸ ਰਿਸੈਸਿਵ ਹੋਊਗਾ, ਮਤਲਬ ਕਿ ਦੋਨੇ ਜਿਹੜੇ ਨੇ ਛੋਟੇ ਹੋਣਗੇ। ਠੀਕ ਹੈ, ਇਹਨਾਂ ਦੇ ਵਿੱਚ ਜਿਹੜੇ ਗੈਮਿਟਸ ਬਣਨਗੇ ਉਹ ਬਣੂ ਏ ਬੀ ਦੋਨਾਂ 'ਚੋਂ ਗੈਮਿਟਸ ਆ ਗਏ। ਅਤੇ F1 ਜਨਰੇਸ਼ਨ ਦੇ ਵਿੱਚ ਜਾਣਗੇ ਤਾਂ ਇਹ ਬਣਨਗੇ ਏ ਬੀ। ਠੀਕ ਹੈ, ਤਾਂ ਸੇਮ ਆਪਾਂ ਇਹਨਾਂ ਨੂੰ ਜਿਹੜੀ F1 ਜਨਰੇਸ਼ਨ ਆ ਉਹਦੇ ਗੈਮਿਟਸ ਨੂੰ ਆਪਾਂ ਅੱਗੇ ਕਰ ਰਹੇ ਹਾਂ। ਇਹਦੇ ਗੈਮਿਟਸ ਕੀ ਬਣਨਗੇ ਏ ਬੀ ਐਂਡ ਏ ਬੀ। ਠੀਕ ਹੈ, ਆਹ ਚਾਰੇ ਦੇ ਗੈਮਿਟਸ ਬਣ ਗਏ ਅਤੇ ਇਹਨਾਂ ਗੈਮਿਟਸ ਨੂੰ ਆਪਾਂ ਅੱਗੇ ਕ੍ਰੋਸਿੰਗ ਕਰਵਾ ਰਹੇ ਹਾਂ F2 ਜਨਰੇਸ਼ਨ ਦੇ ਵਿੱਚ। ਤਾਂ ਇਹਦੇ ਵਿੱਚ ਦੇਖੋ ਕੀ ਬਣੂ, ਏ ਦੋਨੇ ਕੈਪੀਟਲ ਏ ਨੇ ਅਤੇ ਦੋਨੇ ਕੈਪੀਟਲ ਬੀ ਨੇ। ਇਹਦੇ ਵਿੱਚ ਦੋਨੇ ਕੈਪੀਟਲ ਏ ਨੇ, ਇੱਕ ਸਮੋਲ ਬੀ ਆ ਅਤੇ ਇੱਕ ਬਿਗ ਬੀ ਆ। ਇਹਦੇ ਵਿੱਚ ਏ ਬਿਗ ਆ, ਸਮੋਲ ਆ ਅਤੇ ਦੋਨੇ ਬੀ ਨੇ ਉਹ ਕੈਪੀਟਲ ਨੇ। ਠੀਕ ਹੈ, ਇਹਦੇ ਵਿੱਚ ਹੁਣ ਇੱਕ ਏ ਬਿਗ ਆ, ਇੱਕ ਏ ਬਿਗ ਆ ਗਈ, ਦੂਜੀ ਏ ਸਮੋਲ ਆ ਗਈ ਅਤੇ ਇਹਦੇ ਵਿੱਚ ਬੀ ਇੱਕ ਬਿਗ ਆ ਜੂਗੀ ਅਤੇ ਦੂਜੀ ਵੀ ਸਮੋਲ ਆ ਜੂਗੀ। ਠੀਕ ਹੈ, ਸੇਮ ਇੱਦਾਂ ਹੀ ਏ ਮਤਲਬ ਇਹ ਦੋਨੇ ਏ ਨੇ ਉਹ ਵੱਡੀਆਂ ਨੇ, ਇੱਕ ਵੱਡੀ ਵੀ ਹੈ ਇੱਕ ਛੋਟੀ ਵੀ ਆ। ਇਹਦੇ ਵਿੱਚ ਇੱਕ ਵੱਡੀ ਏ ਇੱਕ ਛੋਟੀ ਬੀ, ਦੋਨੇ ਬੀਸ ਨੇ ਜਿਹੜੀਆਂ ਵੱਡੀਆਂ ਨੇ, ਇੱਕ ਏ ਵੱਡੀ ਹੋ ਜੂ ਇੱਕ ਛੋਟੀ ਹੋ ਜੂ, ਇੱਕ ਵੱਡੀ ਵੀ ਇੱਕ ਛੋਟੀ ਵੀ। ਇੱਦਾਂ ਹੀ ਨੇ ਜਿਹੜੀਆਂ ਸਾਰੀਆਂ ਟ੍ਰੇਡਸ ਇਹਨਾਂ ਦਾ ਕ੍ਰੋਸ ਕਰਵਾ ਕੇ ਆਪਾਂ ਏ ਬੀ। ਠੀਕ ਹੈ, ਇੱਦਾਂ ਜਿਹੜਾ ਇਹ ਪੁਨਟ ਸਕੇਅਰ ਬਣ ਚੁੱਕਿਆ ਆਪਣਾ ਏ ਆ ਵੀ ਬਿਗ ਬੀ ਫਿਰ ਏ ਬੀ ਬੀ। ਠੀਕ ਹੈ, ਇਹਦੇ ਵਿੱਚ ਆ ਜਾਊਗਾ ਏ ਬੀ, ਇਹਦੇ ਵਿੱਚ ਆ ਜਾਊਗਾ ਏ ਬੀ। ਹੁਣ ਦੇਖੋ ਹੁਣ ਕੀ ਕਿਹਾ ਸੀ, ਕਹਿੰਦੇ ਜਿਹੜਾ ਤਾਂ ਆਪਣੇ ਕੋਲ ਏ ਬੀ ਆ ਮਤਲਬ ਜਿਹੜੇ ਡੋਮੀਨੈਂਟ ਕਰੈਕਟਰ ਨੇ ਉਹ ਹਮੇਸ਼ਾ ਟ੍ਰਾਇੰਗੂਲਰ ਪ੍ਰੋਡਿਊਸ ਕਰਨਗੇ, ਮਤਲਬ ਕਿ ਜਿਹੜਾ ਉਹਨਾਂ ਦਾ ਰਿਜ਼ਲਟ ਉਹ ਸੇਮ ਆਊਗਾ। ਠੀਕ ਹੈ, ਤਾਂ ਆਪਾਂ ਦੇਖੋ ਹੁਣ ਇਹਦੇ ਵਿੱਚ ਏ ਆ ਡੋਮੀਨੈਂਟ। ਠੀਕ ਹੈ, ਤਾਂ ਇੱਥੇ ਜਿਹੜਾ ਟ੍ਰਾਇੰਗੂਲਰ ਆ ਉਹ ਫੋਰਮ ਬਣ ਜੂਗੀ। ਠੀਕ ਹੈ, ਇਹਦੇ ਵਿੱਚ ਵੀ ਜਿਹੜਾ ਏ ਅਤੇ ਬੀ ਆ ਉਹ ਆ, ਇਹਦੇ ਵਿੱਚ ਵੀ ਏ ਵੀ ਆ ਬੀ ਵੀ ਆ। ਠੀਕ ਹੈ, ਦੋਨਾਂ ਨੇ ਜਿਹੜਾ ਇਫੈਕਟ ਉਹ ਤਾਂ ਸੇਮ ਹੀ ਸ਼ੋ ਕਰਨਾ। ਇਹਦੇ ਵਿੱਚ ਵੀ ਏ ਬੀ। ਠੀਕ ਹੈ, ਇਹਦੇ ਵਿੱਚ ਏ ਡੋਮੀਨੈਂਸ, ਇਹਦੇ ਵਿੱਚ ਵੀ ਇਹ ਮੋਸਟਲੀ ਸਾਰਿਆਂ ਦੇ ਵਿੱਚ ਇਹੀ ਆਊ ਕਿਉਂਕਿ ਜਿਹੜਾ ਏ ਆਗਾ ਉਹ ਚਾਹੇ ਉਹ ਡੋਮੀਨੇਟ ਕਰ ਰਿਹਾ ਚਾਹੇ ਇਹ 'ਚ ਬੀ ਡੋਮੀਨੇਟ ਕਰ ਰਿਹਾ, ਦੋਨਾਂ ਦਾ ਜਿਹੜਾ ਰਿਜ਼ਲਟ ਆਉਣਾ ਉਹ ਟ੍ਰਾਇੰਗੂਲਰ ਫੋਰਮ ਹੀ ਆਉਣੀ ਹੈ। ਅਤੇ ਇੱਦਾਂ ਹੀ ਸਭ ਦੀਆਂ ਬਣ ਗਈਆਂ। ਇਹਦੇ ਵਿੱਚ ਨਹੀਂ ਆਊਗੀ ਲਾਸਟ ਦੇ ਵਿੱਚ, ਕਿਉਂਕਿ ਲਾਸਟ ਦੇ ਵਿੱਚ ਕੀ ਆ, ਇਹਦੇ ਵਿੱਚ ਨਾ ਤਾਂ ਕੋਈ ਵੱਡੀ ਏ ਆ ਨਾ ਛੋਟੀ ਬੀ ਆ। ਜੇ ਪਹਿਲਾਂ ਵਾਲੇ ਦੇਖੇ ਜਿਵੇਂ ਇਹਦੇ ਵਿੱਚ ਇੱਕ ਵੱਡੀ ਬੀ ਆ ਗਈ, ਇਹ 'ਚ ਵੱਡੀ ਏ ਆ ਗਈ, ਇਹ 'ਚ ਏ ਵੀ ਦੋਨੇ ਵੱਡੇ ਆ ਗਏ, ਇਹ 'ਚ ਏ ਵੀ ਦੋਨੇ ਵੱਡੇ ਆ ਗਏ, ਇਹ 'ਚ ਵੱਡੀ ਬੀ ਆ ਗਈ, ਵੱਡੀ ਬੀ ਆ ਗਈ ਹੈ ਨਾ। ਇੱਦਾਂ ਇਹ ਸਾਰੇ ਟ੍ਰਾਇੰਗੂਲਰ ਫੋਰਮ ਕਰ ਰਹੇ ਨੇ, ਬਟ ਇਹ ਆ ਜਿਹੜਾ ਉਹ ਵਰਡ ਸ਼ੇਪ ਕਰੂਗਾ। ਉਹ ਕਿਉਂ ਕਰੂਗਾ, ਕਿਉਂਕਿ ਆਪਾਂ ਇੱਥੇ ਦੇਖਿਆ ਸੀਗਾ ਵੀ ਜਿਹੜਾ ਹੋਮੋਜ਼ਾਈਗਸ ਰਿਸੈਸਿਵ ਹੁੰਦਾ ਉਹੀ ਜਿਹੜੀ ਵਰਡ ਸ਼ੇਪ ਆ ਉਹ ਪ੍ਰੋਡਿਊਸ ਕਰਦਾ। ਠੀਕ ਹੈ, ਹੁਣ ਆਪਾਂ ਟ੍ਰਾਇੰਗੂਲਰ ਦੇਖਦੇ ਹਾਂ ਕਿੰਨੇ ਹੋ ਗਏ, 1 2 3 4 5 6 7 8 9 10 11 12 13 14 15। ਠੀਕ ਹੈ, ਤਾਂ 15 ਆਪਣੇ ਕੋਲ ਟ੍ਰਾਇੰਗੂਲਰ ਆ ਗਏ, ਇੱਕ ਆਪਣੇ ਕੋਲ ਵਰਡ ਸ਼ੇਪ ਆ ਗਿਆ ਅਤੇ ਰੇਸ਼ੋ ਇਹਦੀ ਬਣ ਗਈ 15:1। ਅਤੇ ਇਹਦੀ ਜਿਹੜੀ ਪਹਿਲਾਂ ਦੇਖਿਆ ਸੀ ਕਿ ਡੁਪਲੀਕੇਸ਼ਨ ਜੀਨ ਇੰਟਰੈਕਸ਼ਨ ਦੀ ਰੇਸ਼ੋ ਹੁੰਦੀ 15:1। ਠੀਕ ਹੈ, ਇਹਦੇ ਵਿੱਚ ਬਸ ਹੋਰ ਕੁਛ ਨਹੀਂ ਆ, ਡੈਫੀਨੇਸ਼ਨਸ ਨੇ ਕਿ ਜਿਹੜੀ ਇੱਕ ਜਿਵੇਂ ਡੁਪਲੀਕੇਸ਼ਨ ਜੀਨ ਆ ਉਹਦੇ ਵਿੱਚ ਕਿਹੜੀ ਚੀਜ਼ ਡੋਮੀਨੇਟ ਕਰੂਗੀ ਜਾਂ ਫਿਰ ਉਹਦੇ ਨਾਲ ਕਿਹੜੇ ਰਿਜ਼ਲਟਸ ਆਉਣਗੇ। ਉਸ ਤੋਂ ਬਾਅਦ ਸਿੰਪਲ ਇੱਕ ਟੇਬਲ ਬਣ ਜੂਗਾ ਅਤੇ ਉਹਦੀ ਰੇਸ਼ੋ ਉਸ ਟਾਈਪ ਨਾਲ ਆ ਜੂਗੀ। ਨੈਕਸਟ ਆ ਉਹ ਆ ਗਿਆ ਮਾਸਕਿੰਗ ਜੀਨ ਐਕਸ਼ਨ ਜਾਂ ਫਿਰ ਡੋਮੀਨੈਂਟ ਐਪੀਸਟੈਸਿਸ। ਠੀਕ ਹੈ, ਇਹਦੀ ਜਿਹੜੀ ਰੇਸ਼ੋ ਹੁੰਦੀ ਆ 12:3:1 ਹੁੰਦੀ ਆ। ਹੁਣ ਐਪੀਸਟੈਸਿਸ ਹੁੰਦਾ ਕਿ ਜਦੋਂ ਜਿਹੜਾ ਇੱਕ ਕਰੈਕਟਰ ਆ ਮਤਲਬ ਕਿ ਇੱਕ ਜੀਨ ਦਾ ਜਿਹੜਾ ਡੋਮੀਨੈਂਸ ਆ ਉਹ ਦੂਸਰੇ ਦੇ ਡੋਮੀਨੈਂਸ ਨੂੰ ਸੁਪਰੈਸ ਕਰ ਦੇਵੇ। ਠੀਕ ਹੈ, ਤਾਂ ਆਪਾਂ ਕੀ ਦੇਖਦੇ ਹਾਂ ਇਹਦੇ ਵਿੱਚ, ਵੈਨ ਆਊਟ ਆਫ 2 ਜੀਨਸ ਡੋਮੀਨੈਂਟ ਅਲੀਲ W of one dominant gene inhibit the activity of both alleles dominant ਅਤੇ recessive of another locus। another example ਦੇ ਥਰੂ ਦੇਖੋ, ਜਿਵੇਂ ਹੁਣ ਜਿਹੜਾ ਪੇਰੈਂਟਸ ਨੇਗੇ ਉਹਨੂੰ ਵਿੱਚ ਆਪਾਂ ਦੇਖ ਰਹੇ ਹਾਂ ਕਿ ਇੱਕ ਆਪਾਂ ਵਾਈਟ ਫਰੂਟ ਲੈ ਰਹੇ ਹਾਂ ਅਤੇ ਇੱਕ ਯੈਲੋ, ਉਹਨਾਂ ਦੋਨਾਂ ਦਾ ਕ੍ਰੋਸ ਕਰਵਾ ਰਹੇ ਹਾਂ। ਤਾਂ ਜਿਹੜਾ ਵਾਈਟ ਫਰੂਟ ਆ ਉਹਦੇ ਵਿੱਚ W ਕੈਪੀਟਲ ਦੇ ਵਿੱਚ ਆ ਅਤੇ ਯੈਲੋ ਦੇ ਵਿੱਚ W ਸਮੋਲ ਦੇ ਵਿੱਚ ਆ, ਇੱਧਰ G ਕੈਪੀਟਲ ਆ ਅਤੇ G ਇੱਧਰ ਸਮੋਲ ਆ। ਤਾਂ ਇਹ ਕਹਿ ਰਿਹਾ ਕਿ ਜਦੋਂ ਜਿਹੜੀ ਆਹ ਵਾਲੀ W ਆ ਇਹ ਆਹ ਵਾਲੀ G ਦੇ ਉੱਤੇ ਡੋਮੀਨੇਟ ਕਰ ਜੂਗੀ, ਮਤਲਬ ਕਿ ਜੇ ਆਹ ਵਾਲੀ W ਜਾਂ ਆਹ ਵਾਲੀ G ਹੋਊ ਤਾਂ ਇਹ ਇਹਦੇ ਵਿੱਚੋਂ ਯੈਲੋ ਦੇ ਵਿੱਚੋਂ ਤਾਂ ਆਹ ਡੋਮੀਨੈਂਟ ਆ ਨਾ, ਬਟ ਇਹ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਪਾਊ। ਤਾਂ ਇੱਥੇ ਜਿਹੜਾ ਵਾਈਟ ਆ ਫਰੂਟ ਉਹ ਬਣੂਗਾ। ਥੋੜ੍ਹਾ ਜਿਹਾ ਇੱਥੇ ਅੱਗੇ ਹੋਰ ਕਲੀਅਰ ਹੋ ਜੂਗਾ। ਵੈਨ W ਇਜ਼ ਸੈਡ ਟੂ ਐਪੀਸਟੈਸਿਸ ਟੂ G, ਮਤਲਬ ਕਿ ਐਪੀਸਟੈਸਿਸ ਆਪਾਂ ਦੇਖਿਆ ਸੀ ਕਿ ਹੁੰਦਾ ਜਿਹੜਾ ਦੂਸਰੇ ਨੂੰ ਸੁਪਰੈਸ ਕਰ ਦੇਵੇ। ਠੀਕ ਹੈ, ਤਾਂ W ਆ ਉਹ G ਨੂੰ ਸੁਪਰੈਸ ਕਰ ਦੂਗੀ ਜੇ ਇਹ ਦੋਨੇ ਆ ਜਾਣ। ਠੀਕ ਹੈ,
then dominant allele W express itself only in presence of either G or G, so epistasis known as dominant epistasis। मतलब कि ਜਿਹੜੀ ਆ W ਆ ਜਾਂ ਤਾਂ ਹੁਣ ਇਹਦੇ ਨਾਲ ਸਮੋਲ ਜੀ ਹੋ ਜਾਂ ਬਿਗ ਜੀ ਹੋ, ਠੀਕ ਹੈ, ਇਹ ਦੋਨੇ ਪ੍ਰੈਜੈਂਸ ਹੋਣਗੇ ਤਾਂ ਹੀ ਵਾਈਟ ਫਲੂਇਡ ਬਣੂਗਾ, ਤਾਂ ਇਸ ਕਰਕੇ ਉਹਨੂੰ ਆਪਾਂ ਡੋਮੀਨੈਂਟ ਐਪੀਸਟੇਸਿਸ ਕਹਿੰਦੇ ਹਾਂ, ਠੀਕ ਹੈ। ਇੱਥੋਂ ਦੇਖੋ ਹੁਣ ਜਿਹੜਾ ਵਾਈਟ ਕਲਰ ਆ ਉਹ ਕੰਟਰੋਲ ਕੀਤਾ ਜਾਂਦਾ W ਡੋਮੀਨੈਂਟ ਨਾਲ, ਮਤਲਬ ਜੇ ਇੱਥੇ ਜਿਹੜੀ ਆਹ ਜਿਵੇਂ ਬਿਗ ਐਲ W ਆ ਇਹਦੇ ਨਾਲ ਜਿਹੜਾ ਵਾਈਟ ਕਲਰ ਆ ਇਹ ਕੰਟਰੋਲ ਹੋਊਗਾ। ਮਤਲਬ ਕਿ ਜੇ ਆਪਣੇ ਕੋਲ ਜਿਹੜਾ ਆਪਾਂ ਅੱਗੇ ਪਨੀਰ ਸਕੁਏਅਰ ਬਣਾਉਣਾ, ਜੇ ਉਹਦੇ ਵਿੱਚ ਆਪਣੇ ਕੋਲ W ਆ ਜਾਵੇ ਤਾਂ ਉੱਥੋਂ ਕਲੀਅਰ ਹੋ ਜਾਊਗਾ ਕਿ ਜਿਹੜਾ ਉਹਦਾ ਕਲਰ ਆ ਉਹ ਵਾਈਟ ਆਊਗਾ, ਅਤੇ ਜੇ G ਆ ਜਾਵੇ ਤਾਂ ਮਤਲਬ ਯੈਲੋ ਆਊਗਾ, ਠੀਕ ਹੈ। ਅਤੇ ਹੁਣ ਯੈਲੋ ਤਾਂ ਆਊਗਾ, ਬਟ ਉਹਦੇ ਵਿੱਚ ਇੱਕ ਗੱਲ ਹੋਰ ਧਿਆਨ 'ਚ ਰੱਖਣ ਵਾਲੀ ਕਿ ਜਿਹੜਾ ਵਾਈਟ ਆ ਉਹ ਯੈਲੋ ਅਤੇ ਗਰੀਨ ਉੱਤੇ ਦੋਨਾਂ ਉੱਤੇ ਡੋਮੀਨੈਂਸ ਕਰੂਗਾ। ਮਤਲਬ ਜੇ ਵਾਈਟ ਦੇ ਨਾਲ ਆਹ ਵੱਡੀ ਜੀ ਆ ਜਾਵੇ ਤਾਂ ਇਹਦੇ ਵਿੱਚੋਂ ਯੈਲੋ ਨਹੀਂ ਆਊਗਾ, ਵਾਈਟ ਆਊਗਾ, ਕਿਉਂਕਿ ਜਿਹੜਾ ਵਾਈਟ ਆ ਉਹ ਉਹਨੂੰ ਸੁਪਰੈਸ ਕਰ ਰਿਹਾ, ਉਹ ਉਹਦੇ ਨਾਲੋਂ ਜ਼ਿਆਦਾ ਸੁਪੀਰੀਅਰ ਆ। ਅਤੇ ਉਸ ਤੋਂ ਬਾਅਦ ਕੀ ਕਹਿੰਦੇ ਗਰੀਨ ਆ ਜਿਹੜਾ ਉਹ ਉਦੋਂ ਪ੍ਰੋਡਿਊਸ ਹੋਊ ਜਦੋਂ ਆਹ ਵਾਲੀ ਕੰਡੀਸ਼ਨ ਆ ਜਾਊ, ਮਤਲਬ ਦੋਨੇ W ਛੋਟੇ ਹੋਣਗੇ ਅਤੇ ਦੋਨੇ G ਛੋਟੇ ਹੋਣਗੇ। ਹੁਣ ਆਪਾਂ ਦੇਖਦੇ ਹਾਂ ਕਿ ਆਪਾਂ ਨੇ ਆਹ ਦੋ ਪਲਾਂਟਸ ਲਏ, ਇਹਨਾਂ ਦੇ ਜਿਹੜੇ ਗੈਮਿਟਸ ਨੇ ਉਹ ਆ ਬਣ ਗਏ ਅਤੇ ਇਹਦੇ ਆ ਬਣ ਗਏ, ਠੀਕ ਹੈ। ਹੁਣ ਜਦੋਂ ਇਹਨੂੰ F1 ਜਨਰੇਸ਼ਨ ਦੇ ਵਿੱਚ ਐਂਟਰੀ ਕਰਵਾਇਆ ਦੋਨਾਂ ਦੀ ਕ੍ਰੋਸਿੰਗ ਕਰਕੇ, ਤਾਂ ਇੱਕ ਵੱਡੀ W ਬਣ ਗਈ, ਇੱਕ ਛੋਟੀ W ਬਣ ਗਈ, ਅਤੇ ਇੱਕ G ਵੱਡੀ ਬਣ ਗਈ, ਇੱਕ ਛੋਟੀ G ਬਣ ਗਈ, ਠੀਕ ਹੈ। ਤਾਂ ਅੱਗੋਂ ਇਹਦੇ ਜਿਹੜੇ ਗੈਮਿਟਸ ਨੇ ਉਹ ਆਪਾਂ ਪ੍ਰੋਡਿਊਸ ਜਿਵੇਂ ਸਿਮਿਲਰਲੀ ਕਰਦੇ ਸੀ ਪਹਿਲਾਂ ਉੱਦਾਂ ਹੀ ਕਰ ਲੈਣੇ ਆ, ਅਤੇ ਇਹਦੇ ਆਹ ਆਪਣੇ ਕੋਲ ਜੀਨਸ ਬਣ ਗਏ। ਹੁਣ ਇਹਨਾਂ ਦੀ ਕ੍ਰੋਸਿੰਗ ਕਰਵਾ ਰਹੇ ਹਾਂ ਜੀਨਸ ਸੀ, ਤਾਂ ਉਹਦੇ ਵਿੱਚ ਦੇਖੋ ਕੀ ਬਣ ਰਿਹਾ, W ਕੈਪੀਟਲ ਇੱਧਰ ਵੀ W ਕੈਪੀਟਲ, G ਵੀ ਦੋਨੇ ਪਾਸੇ ਕੈਪੀਟਲ, W G, ਠੀਕ ਹੈ। ਇਹ ਆ ਜੋ ਹੁਣ ਇੱਧਰ W ਵੀ ਕੈਪੀਟਲ ਇੱਧਰ ਵੀ, ਬਟ G ਇੱਕ ਕੈਪੀਟਲ ਇੱਕ ਸਮੋਲ ਆ, ਤਾਂ W ਦੋਨੇ ਕੈਪੀਟਲ, G ਬਿਗ ਅਤੇ ਸਮੋਲ, ਠੀਕ ਹੈ। ਤਾਂ ਉੱਦਾਂ ਹੀ W ਇੱਥੇ ਵੱਡੀ ਇੱਕ ਛੋਟੀ, ਇੱਕ G ਵੱਡੀ, ਦੂਜੀ ਵੀ G ਵੱਡੀ, ਵੱਡੀ W ਛੋਟੀ W, G ਇੱਕ ਵੱਡੀ ਇੱਕ ਛੋਟੀ, ਠੀਕ ਹੈ। ਇੱਧਰ ਵੀ ਵੱਡੀ W ਵੱਡੀ W, G ਇੱਕ ਵੱਡੀ ਇੱਕ ਛੋਟੀ, ਵੱਡੀ W ਛੋਟੀ W, ਇੱਕ G ਵੱਡੀ ਦੂਜੀ G ਵੱਡੀ, ਵੱਡੀ W ਛੋਟੀ W, G। ਇੱਦਾਂ ਹੀ ਇਹਨਾਂ ਨੂੰ ਮਤਲਬ ਆਹ ਚੀਜ਼ਾਂ ਨੂੰ ਇਹਨਾਂ ਨਾਲ ਕ੍ਰੋਸ ਕਰਦੇ ਕਰਦੇ ਆਪਾਂ ਸਾਰੇ ਬਣਾ ਲੈਣੇ ਆ ਕਿ ਆਪਣੇ ਕੋਲ ਕਿਹੜੇ ਆਏ ਨੇ। ਇੱਕ ਵਾਰ ਇਹਨਾਂ ਨੂੰ ਖੁਦ ਤੋਂ ਟਰਾਈ ਕਰੋ, ਜਿਹਦੇ ਨਾਲ ਕਿ ਜਦ ਆਪਾਂ ਖੁਦ ਕਰਦੇ ਹਾਂ ਤਾਂ ਉਦੋਂ ਆਪਾਂ ਨੂੰ ਚੰਗੀ ਤਰ੍ਹਾਂ ਜ਼ਿਆਦਾ ਸਮਝ ਆਉਂਦਾ। ਇਹ ਸਾਰੇ ਕ੍ਰੋਸ ਬਸ ਇੱਕ ਵਾਰ ਜਸਟ ਬਣਾ ਕੇ ਦੇਖੋ, ਜਿਹਦੇ ਨਾਲ ਜਿਹੜੀ ਕਲੀਅਰੈਂਸ ਆ ਹੋਰ ਵੀ ਆ ਜੂਗੀ। ਹੁਣ ਆਪਾਂ ਇਹ ਸਾਰੇ ਲਗਭਗ ਬਣਾ ਚੁੱਕੇ ਹਾਂ, ਅਤੇ ਹੁਣ ਆਪਾਂ ਦੇਖਦੇ ਹਾਂ ਕਿ ਇਹਦੇ ਵਿੱਚ ਜਿਹੜੀ W ਹੈਗੀ ਉਹ ਕਿਹਦੇ ਵਿੱਚ ਬਿਗ ਆ ਅਤੇ ਕਿਹਦੇ ਵਿੱਚ ਸਮੋਲ ਆ, ਠੀਕ ਹੈ। ਆਪਾਂ ਦੇਖਦੇ ਸੀ ਪਹਿਲਾਂ ਤਾਂ ਵੀ ਜਿਹੜੀ ਬਿਗ W ਆ ਉਹ ਵਾਈਟ ਕਲਰ ਦਊਗੀ, ਠੀਕ ਹੈ। ਇੱਥੇ ਆਪਾਂ ਪੜ੍ਹੇ ਹਾਂ, ਦੇਖੋ ਵਾਈਟ ਕਲਰ ਕੰਟਰੋਲ ਬਾਈ ਡੋਮੀਨੈਂਟ W। ਹੁਣ ਦੇਖੋ ਇਹਦੇ ਵਿੱਚ ਵੀ W ਬਿਗ ਆ ਗਈ, ਤਾਂ ਉਹਦੇ 'ਤੇ ਆਪਾਂ ਸਾਰੇ 'ਤੇ ਵਾਈਟ ਕਰ ਦਈਏ ਜਿੱਥੇ ਬਿਗ W ਆ। ਚਾਹੇ ਆਪਾਂ ਦੇਖਿਆ ਸੀ ਨਾ ਵੀ ਚਾਹੇ ਜਿਹੜੇ Z ਆ ਉਹ ਚਾਹੇ ਦੂਸਰੇ ਦਾ ਡੋਮੀਨੈਂਟ ਕਰੈਕਟਰ ਆ, ਬਟ ਹਮੇਸ਼ਾ ਉਹਦੇ ਉੱਪਰ ਜਿਹੜੇ W ਆ ਗਈ ਉਹ ਆਪਣੇ ਆਪ ਨੂੰ ਐਕਸਪ੍ਰੈਸ ਕਰ ਜੂਗੀ। ਇਸ ਕਰਕੇ ਸਾਰੇ ਜਿਹੜੇ ਪਲਾਂਟਸ ਨੇ ਉਹ ਵਾਈਟ ਬਣ ਗਏ, ਇੱਥੇ ਵੀ ਵਾਈਟ ਬਣ ਰਹੇ ਨੇ ਕਿਉਂਕਿ ਇੱਥੇ ਜਿਹੜੀ ਇੱਕ ਬਿਗ W ਆ ਉਹ ਨਾਲ ਆ ਗਈ। ਇੱਥੇ ਹੁਣ ਬਿਗ W ਆ, ਇਸ ਕਰਕੇ ਆ ਵੀ ਵਾਈਟ ਬਣ ਜੂ, ਆ ਬਿਗ W ਆ ਵੀ ਵਾਈਟ ਬਣ ਜੂ, ਆ ਵੀ ਵਾਈਟ, ਆ ਵੀ ਵਾਈਟ, ਠੀਕ ਹੈ। ਬਟ ਜਿਹੜੇ ਹੁਣ ਇਹ ਨੇ ਇਹਨਾਂ ਦੇ ਵਿੱਚ ਚਾਰਾਂ ਦੇ ਵਿੱਚ ਸਮੋਲ W, ਇਸ ਕਰਕੇ ਇਹ ਵਾਈਟ ਨਹੀਂ ਬਣਨਗੇ। ਹੁਣ ਆਪਾਂ ਦੇਖ ਰਹੇ ਸੀ ਕਿ ਜਿਹੜਾ ਜਿੱਥੇ ਮਤਲਬ ਬਿਗ G ਆ ਗਈ ਉਹ ਯੈਲੋ ਬਣਾਊਗੀ, ਪਰ ਉਹ ਯੈਲੋ ਤਾਂ ਬਣਾਊਗੀ ਜੇ ਉਹਦੇ ਕੋਲ ਜਿਹੜੀ W ਉਹ ਛੋਟੀ ਹੋਵੇ, ਠੀਕ ਹੈ, ਵੱਡੀ W ਨਾ ਹੋਵੇ। ਹੁਣ ਬਿਗ G A 'ਚ ਵੀ ਆ, A 'ਚ ਵੀ ਆ, A 'ਚ ਵੀ ਆ, ਠੀਕ ਹੈ। ਤਾਂ ਇਹ ਬਣਾ ਦੂਗੀ ਤਿੰਨੇ ਯੈਲੋ ਪਲਾਂਟਸ। ਅਤੇ ਜਿਹੜਾ ਇਹ ਆਪਾਂ ਕੰਡੀਸ਼ਨ ਇੱਕ ਸਿੰਗਲ ਦੇਖੀ ਸੀ ਕਿ ਜਿਹੜੀ W ਹੁੰਦੀ ਆ ਉਹਦੇ ਵਿੱਚ ਸਿਰਫ ਗਰੀਨ ਬਣੂਗਾ। ਅਤੇ ਜਿਵੇਂ ਆ ਦੇਖੋ ਇੱਥੇ ਸੀਗਾ ਕਿ ਗਰੀਨ ਪ੍ਰੋਡਿਊਸ ਇਨ ਰਿਸੈਸਿਵ W G, ਇੱਥੇ ਰਿਸੈਸਿਵ ਗਰੀਨ ਪ੍ਰੋਡਿਊਸ ਹੋ, ਅਤੇ ਇੱਥੇ ਸੇਮ ਕੰਡੀਸ਼ਨ ਹੈ, ਇੱਥੇ ਕਰਕੇ ਇੱਥੇ ਗਰੀਨ ਆ ਜਾਊਗਾ ਪਲਾਂਟ। ਹੁਣ ਵਾਈਟ ਯੈਲੋ ਅਤੇ ਗਰੀਨ ਦੀ ਰੇਸ਼ੋ ਦੇਖੋ 1 2 3 4 5 6 7 8 9 10 11 12, ਤਾਂ ਆਪਣੇ ਕੋਲ ਜਿਹੜੇ ਵਾਈਟ ਨੇ ਉਹ 12 ਆ ਗਏ, ਅਤੇ ਉਸ ਤੋਂ ਯੈਲੋ 1 2 3 ਯੈਲੋ ਅਤੇ 1 ਗਰੀਨ। ਅਤੇ ਇਹਦੀ ਰੇਸ਼ੋ ਆਪਾਂ ਦੇਖੀ ਸੀ ਪਹਿਲਾਂ ਕਿ ਇਹਦੀ ਰੇਸ਼ੋ 12:3:1 ਆਉਂਦੀ ਹੈ, ਠੀਕ ਹੈ। ਇਹ ਜਿਹੜੇ ਨੇ ਇਹ ਬਹੁਤ ਹੀ ਜ਼ਿਆਦਾ ਸਿੰਪਲ ਕ੍ਰੋਸ ਨੇ, ਕਿ ਜਸਟ ਇੱਕ ਵਾਰ ਆਪਾਂ ਨੂੰ ਡੈਫੀਨੇਸ਼ਨ ਪੜ੍ਹਨ ਦੀ ਲੋੜ ਆ ਕਿ ਇਹਦੇ ਵਿੱਚ ਕਿਹੜਾ ਅਲੀਲ ਆ, ਕਿੱਦਾਂ ਉਹ ਜਿਹੜਾ ਡੋਮੀਨੇਟ ਕਰੂਗਾ, ਕਿ ਕਿੱਦਾਂ ਦੂਸਰੇ ਨੂੰ ਰਿਸੈਸਿਵ ਸ਼ੋ ਕਰੂਗਾ, ਠੀਕ ਹੈ। ਉਹਦੇ ਨਾਲ ਜਿਹੜੇ ਆਪਣੇ ਰੇਸ਼ੋ ਆ ਉਹ ਬਹੁਤ ਹੀ ਜ਼ਿਆਦਾ ਈਜ਼ਲੀ ਆ ਜਾਣੀ ਹੈ। ਬਸ ਸਿਰਫ ਇਸ ਹੈਡਿੰਗ ਨੂੰ ਦੇਖ ਕੇ ਇਹ ਯਾਦ ਰੱਖਣਾ ਕਿ ਜਿਹੜੀ ਇਹ ਡੈਫੀਨੇਸ਼ਨ ਹੈ ਇਹਦੇ ਵਿੱਚ ਕੀ ਹੋਣਾ।
ਹੈਗਾ ਪੋਲੀਮੈਰਿਕ ਜੀਨ ਐਕਸ਼ਨ। ਇਹਦੀ ਜਿਹੜੀ ਰੇਸ਼ੋ 9:6:1 ਹੁੰਦੀ ਹੈ, ਠੀਕ ਹੈ। ਇਹਦੇ ਵਿੱਚ ਕੀ ਕਹਿੰਦੇ ਆ, ਦੋ ਜੀਨਸ ਹੈਵ ਸਿਮਿਲਰ ਇਫੈਕਟ ਵੈਨ ਦੇ ਆਰ ਸੈਪਰੇਟ ਬਟ ਪ੍ਰੋਡਿਊਸ ਇਨਹਾਂਸਡ ਇਫੈਕਟ ਵੈਨ ਦੇ ਆਰ ਕਮ ਟੂਗੈਦਰ, ਠੀਕ ਹੈ। ਮਤਲਬ ਕਿ ਜਦੋਂ ਕੋਈ ਵੀ ਦੋ ਜੀਨਸ ਨੇ, ਜਦੋਂ ਉਹ ਅਲੱਗ ਅਲੱਗ ਹੋਣਗੇ, ਮਤਲਬ ਕਿ ਦੋਨੇ ਅਲੱਗ ਅਲੱਗ ਪਏ ਹੋਣਗੇ ਤਾਂ ਉਹ ਸੇਮ ਇਫੈਕਟ ਸ਼ੋ ਕਰਨਗੇ, ਮਤਲਬ ਕਿ ਦੋਨੇ ਇੱਕੋ ਹੀ ਕਲਰ ਦਾ ਸ਼ੋ ਕਰਨਗੇ। ਬਟ ਜੇ ਕਹਿੰਦੇ ਦੋਨੇ ਇਕੱਠੇ ਆ ਜਾਣ ਤਾਂ ਉਹਦੇ ਨਾਲ ਉਹਦਾ ਥੋੜ੍ਹਾ ਜਿਹਾ ਇਫੈਕਟ ਆ, ਜਿਹੜਾ ਇਫੈਕਟ ਉਹੀ ਰਹੂ ਬਟ ਥੋੜ੍ਹਾ ਜਿਹਾ ਉਹਦੀ ਅਮਾਊਂਟ ਆ ਉਹ ਇਨਹਾਂਸ ਹੋ ਜੂਗੀ, ਠੀਕ ਹੈ। ਜਿਵੇਂ ਹੁਣ ਆਹ ਦੇਖੋ, ਜਿਹੜਾ ਏ ਬੀ ਆ, ਠੀਕ ਆ, ਉਹ ਲੌਂਗ ਪ੍ਰੋਡਿਊਸ ਕਰੂਗਾ, ਮਤਲਬ ਕਿ ਆਹ ਦੋ ਕਰੈਕਟਰ ਨੇ, ਆਹ ਅਤੇ ਆਹ, ਠੀਕ ਹੈ। ਇਹਦੇ ਵਿੱਚ ਜਿਹੜੀ ਏ ਆ, ਚਾਹੇ ਬਿਗ ਏ ਆ ਚਾਹੇ ਬਿਗ ਬੀ ਆ, ਠੀਕ ਹੈ, ਇਹ ਦੋਨੇ ਮੀਡੀਅਮ ਪ੍ਰੋਡਿਊਸ ਕਰ ਰਹੇ ਨੇ, ਮਤਲਬ ਕਿ ਦੋ ਕਰੈਕਟਰ ਪਏ ਨੇ ਏ ਅਤੇ ਬੀ ਬਿਗ ਵਾਲੇ, ਅਤੇ ਉਹਨਾਂ ਦਾ ਜਿਹੜਾ ਇਫੈਕਟ ਉਹ ਸੇਮ ਆ ਕਿ ਦੋਨੋਂ ਮੀਡੀਅਮ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਅਵੇਕਨ ਹੋਊਗੀ। ਅਵੇਕਨ ਹੁੰਦੀ ਹੈ ਇੱਕ ਜਿਹੜੀ ਸਾਈਡ 'ਤੇ ਤੁਹਾਨੂੰ ਸ਼ੋ ਹੋ ਰਹੀ ਆ ਵੀਡੀਓ ਦੇ ਵਿੱਚ, ਕਿ ਸਾਈਡ 'ਤੇ ਥੋੜ੍ਹੀ ਜਿਹੀ ਜਿਵੇਂ ਲੌਂਗ ਆਪਾਂ ਕਹਿ ਸਕਦੇ ਹਾਂ ਥਰੈਡ ਲਾਈਕ ਸਟਰਕਚਰ ਹੁੰਦੀ ਆ, ਜਾਂ ਫਿਰ ਇੱਕ ਲੰਬੀ ਛੋਟੀ ਜਿਹੀ ਸਟ੍ਰਿਪ ਜੀ, ਠੀਕ ਹੈ, ਉਸ ਨੂੰ ਆਪਾਂ ਅਵੇਕਨ ਕਹਿੰਦੇ ਹਾਂ, ਠੀਕ ਹੈ। ਅਤੇ ਇਹਦੇ ਵਿੱਚ ਕੀ ਹੋਊਗਾ, ਬਟ ਜੇ ਇਹ ਦੋਨੇ ਏ ਬੀ ਛੋਟੇ ਛੋਟੇ ਨੇ ਤਾਂ ਇਹਦੇ ਵਿੱਚ ਨਹੀਂ ਹੋਊਗੀ ਉਹ, ਠੀਕ ਹੈ, ਅਵੇਕਨਲੈਸ, ਮਤਲਬ ਕਿ ਇਹਦੇ ਵਿੱਚ ਉਹ ਪ੍ਰੈਜੈਂਟ ਨਹੀਂ ਹੋਊ। ਬਟ ਜੇ ਬਿਗ ਏ ਅਤੇ ਬਿਗ ਬੀ ਆ ਤਾਂ ਉਹ ਦੋਨੇ ਇਫੈਕਟ ਸੇਮ ਸ਼ੋ ਕਰਨਗੇ, ਮਤਲਬ ਕਿ ਇਹਨਾਂ ਦੋਨਾਂ ਦੇ ਵਿੱਚ ਪ੍ਰੈਜੈਂਟ ਆ। ਜੇ ਇਹ ਸਮੋਲ ਆ ਗਏ ਤਾਂ ਨਹੀਂ ਪ੍ਰੈਜੈਂਟ ਹੋ। ਹੁਣ ਇਹ ਦੋਨੇ ਅਲੱਗ ਅਲੱਗ ਨੇ, ਆਪਾਂ ਪੜ੍ਹਿਆ ਸੀ ਕਿ ਜਦੋਂ ਜਿਹੜੇ ਨੇ ਦੋਨੇ ਸਿਮੀਲਰ ਇਫੈਕਟ ਸ਼ੋ ਕਰਨਗੇ ਉਹ ਸੈਪਰੇਟ ਪਏ ਹੋਣਗੇ, ਬਟ ਜਦ ਇਕੱਠੇ ਹੋ ਜਾਣਗੇ ਉਦੋਂ ਪ੍ਰੋਡਕਟ ਆ ਜਿਹੜਾ ਉਹਨਾਂ ਦਾ ਇਨਹਾਂਸ ਬਣ ਜੂਗਾ। ਹੁਣ ਇੱਥੇ ਵਿੱਚ ਏ ਅਤੇ ਬੀ ਨੇ, ਇਹ ਸੇਮ ਇਫੈਕਟ ਸ਼ੋ ਕਰਨੇ ਮੀਡੀਅਮ, ਮਤਲਬ ਕਿ ਇਹਦੇ ਵਿੱਚ ਨਹੀਂ ਹੈਗੀ, ਠੀਕ ਹੈ। ਜਦ ਇਹ ਹੈਗੇ ਨੇ ਤਾਂ ਇਹਨਾਂ ਵਿੱਚ ਆ ਗਈ। ਹੁਣ ਜਦ ਇਹ ਦੋਨੇ ਇਕੱਠੇ ਹੋ ਗਏ ਤਾਂ ਉਹਦੀ ਜਿਹੜੀ ਲੈਂਥ ਆ ਉਹ ਲੰਬੀ ਹੋ ਗਈ, ਮਤਲਬ ਕਿ ਇਹਦੇ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਉਹਨੇ ਇਫੈਕਟ ਆਪਣਾ ਸ਼ੋ ਕਰਤਾ, ਠੀਕ ਹੈ। ਇਹਨੂੰ ਇੱਕ ਥੋੜ੍ਹੀ ਜਿਹੀ ਛੋਟੀ ਜਿਹੀ ਐਗਜ਼ਾਮਪਲ ਦੇ ਕੇ ਹੋਰ ਸਮਝਾਊਂ, ਪਹਿਲਾਂ ਆਹ ਵਾਲੀ ਦੇਖ ਲਓ। ਇਹਦੇ ਵਿੱਚ ਹੁਣ ਆਪਾਂ ਦੇਖਦੇ ਹਾਂ ਕਿ ਏ ਬੀ ਬੀ ਆ, ਦੋ ਆਪਾਂ ਲੈ ਰਹੇ ਹਾਂ, ਇੱਕ ਦੇ ਵਿੱਚ ਸਮੋਲ ਏ ਅਤੇ ਸਮੋਲ ਬੀ ਬੀ ਹੈ, ਠੀਕ ਹੈ। ਇਹਦੇ ਵਿੱਚ ਜਿਹੜੀ ਔਨ ਆ ਉਹ ਨਹੀਂ ਹੋਊਗੀ, ਇਹਦੇ ਵਿੱਚ ਹੋਊਗੀ, ਠੀਕ ਹੈ, ਲੌਂਗ ਹੋਊਗੀ। ਇਹਦੇ ਗੈਮੇਟਸ ਨੇ ਉਹ ਕੀ ਬਣਨਗੇ, ਏ ਬੀ, ਠੀਕ ਹੈ। ਜਦ ਇਹ ਇੱਧਰ ਆਉਣਗੇ ਤਾਂ ਇਹ ਬਣਾਉਣਗੇ ਏ ਬੀ ਬੀ। ਅਤੇ ਹੁਣ ਇਹਦੇ ਗੈਮੇਟਸ ਚਾਰੇ ਤੁਸੀਂ ਖੁਦ ਟਰਾਈ ਕਰੋ ਕਿ ਕਿੱਦਾਂ ਬਣਦੇ ਹੈਗੇ, ਤਾਂ ਕਿ ਜਦ ਆਪਾਂ ਖੁਦ ਕਰਦੇ ਹਾਂ ਉਦੋਂ ਆਪਾਂ ਨੂੰ ਈਜ਼ਲੀ ਸਮਝ ਆਉਂਦਾ, ਅਤੇ ਬਹੁਤ ਹੀ ਸੌਖੀ ਐਗਜ਼ਾਮਪਲ ਆ ਇਹ। ਹੁਣ ਇਹਦੇ ਵਿੱਚ ਆਹ ਚਾਰ ਗੈਮੇਟ ਬਣ ਗਏ ਨੇ ਆਪਣੇ ਕੋਲ, ਇਹਨੂੰ ਆਪਾਂ ਸੇਮ ਉੱਦਾਂ ਹੀ ਕ੍ਰੋਸ ਕਰਵਾਉਂਦੇ ਜਾਵਾਂਗੇ, ਜਿਵੇਂ ਏ ਬੀ ਬੀ ਕ੍ਰੋਸ ਕਰਵਾਉਣ ਦੇ ਕੁਛ ਨਹੀਂ ਹੁੰਦਾ, ਬਸ ਜਸਟ ਆਪਾਂ ਉਹੀ ਚੀਜ਼ਾਂ ਨੂੰ ਲਿਖ ਦਿੰਦੇ ਹਾਂ ਇੱਥੇ ਮਲਟੀਪਲੀਕੇਸ਼ਨ ਦੀ ਫੋਰਮ ਦੇ ਵਿੱਚ। ਸੇਮ ਇੱਦਾਂ ਏ ਬੀ ਬੀ 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 ਬੀ, ਠੀਕ ਹੈ। ਤਾਂ ਇੱਦਾਂ ਹੀ ਆਪਾਂ ਜਿਹੜੇ ਸਾਰੇ ਕ੍ਰੋਸ ਨੇ ਉਹ ਇੱਥੋਂ ਪ੍ਰਪੇਅਰ ਕਰ ਲਏ। ਹੁਣ ਇਹ ਸਾਰੇ ਕ੍ਰੋਸ ਬਣਾਉਣ ਤੋਂ ਬਾਅਦ ਆਪਾਂ ਦੇਖਾਂਗੇ ਕਿ ਇਹਨਾਂ ਦੇ ਵਿੱਚ ਕਿੱਦਾਂ ਦਾ ਆਪਾਂ ਜਿਹੜੀ ਅਪੀਅਰੈਂਸ ਆ ਉਹ ਆਉਂਦੀ ਹੈ, ਠੀਕ ਹੈ। ਹੁਣ ਆਪਾਂ ਦੇਖਿਆ ਸੀ ਕਿ ਜਿਹੜਾ ਏ ਆ ਜਾਂ ਬੀ ਆ, ਜੇ ਇਹ ਦੋਨੇ ਪ੍ਰੈਜੈਂਟ ਹੋਣ ਤਾਂ ਉਹ ਮੀਡੀਅਮ ਬਣਾਉਣਗੇ, ਠੀਕ ਹੈ। ਪਹਿਲਾਂ ਆਪਾਂ ਹੁਣ ਇਹੀ ਦੇਖ ਲੈਂਦੇ ਕਿ ਜਿਹਦੇ ਵਿੱਚ ਇੱਕ ਵੱਡੀ ਏ ਹੋਵੇ ਜਾਂ ਇੱਕ ਵੱਡੀ ਬੀ ਹੋਵੇ ਤਾਂ ਉਹ ਮੀਡੀਅਮ ਪ੍ਰੋਡਿਊਸ ਕਰਨਗੇ। ਹੁਣ ਇਹਦੇ ਵਿੱਚ ਏ ਤਾਂ ਵੱਡੀ ਹੈਗੀ ਪਰ ਨਾਲ ਬੀ ਵੀ ਆ, ਬਟ ਆਪਾਂ ਨੂੰ ਚਾਹੀਦਾ ਇੱਕ ਕਰੈਕਟਰ ਵੱਡਾ ਹੋਵੇ। ਇਹ 'ਚ ਵੀ ਦੋਨੇ ਵੱਡੇ ਨੇ, ਇਹ 'ਚ ਵੀ ਦੋਨੇ, ਇਹ 'ਚ ਵੀ, ਇਹਦੇ ਵਿੱਚ ਵੀ ਦੋਨੇ ਵੱਡੇ ਨੇ, ਅਤੇ ਇਹਦੇ ਵਿੱਚ ਦੇਖੋ ਸਿਰਫ ਏ ਆ ਜਿਹੜੀ ਉਹ ਵੱਡੀ ਆ ਅਤੇ ਜਿਹੜੀ ਬੀ ਆ ਉਹ ਛੋਟੀ ਆ। ਆਪਾਂ ਵੀ ਤਾਂ ਇਹੀ ਕਹਿ ਰਹੇ ਸੀ ਵੀ ਜਿਹੜਾ ਏ ਵੱਡੀ ਹੋਵੇ ਚਾਹੇ ਬੀ ਵੱਡੀ ਹੋਵੇ ਉਹ ਮੀਡੀਅਮ ਬਣਾਉਣਗੇ, ਠੀਕ ਹੈ। ਤਾਂ ਮਤਲਬ ਇਹਦੇ ਵਿੱਚ ਆਪਣੇ ਕੋਲ ਮੀਡੀਅਮ ਆ ਜਾਊਗਾ। ਇਹਦੇ ਵਿੱਚ ਹੁਣ ਏ ਵੀ ਵੱਡੀ ਆ ਗਈ, ਬੀ ਵੀ, ਤਾਂ ਇਹਦੇ ਵਿੱਚ ਨਹੀਂ ਆਊ। ਇਹਦੇ ਵਿੱਚ ਦੇਖੋ, ਇਹਦੇ ਵਿੱਚ ਇੱਕ ਏ ਵੱਡੀ ਆ ਗਈ ਨਾ, ਬੀ ਨਹੀਂ ਆ, ਤਾਂ ਵੀ ਇਹ ਮੀਡੀਅਮ ਪ੍ਰੋਡਿਊਸ ਕਰੂ। ਚਾਹੇ ਤਾਂ ਮਤਲਬ ਏ ਵੱਡੀ ਹੋਵੇ ਚਾਹੇ ਬੀ ਵੱਡੀ ਹੋਵੇ, ਬਟ ਉਹ ਸਿੰਗਲ ਹੋਣ, ਮਤਲਬ ਕਿ ਜੇ ਤਾਂ ਏ ਵੱਡੀ ਆ ਰਹੀ ਹੈ ਤਾਂ ਨਾਲ ਜਿਹੜੀ ਬੀ ਆ ਉਹ ਛੋਟੀ ਹੋਵੇ। ਜਾਂ ਫਿਰ ਆਹ ਕੰਡੀਸ਼ਨ ਦੇਖ ਲਓ ਕਿ ਜੇ ਬੀ ਵੱਡੀ ਆ ਰਹੀ ਹੈ ਤਾਂ ਏ ਛੋਟੀ ਹੋਵੇ, ਤਾਂ ਇਹ ਵੀ ਮੀਡੀਅਮ ਪਲਾਂਟ ਪ੍ਰੋਡਿਊਸ ਕਰਨਗੇ, ਠੀਕ ਹੈ। ਇਹਦੇ ਵਿੱਚ ਵੀ ਦੋਨੇ ਨੇ, ਇਹਦੇ ਵਿੱਚ ਵੀ, ਹੁਣ ਇਹਦੇ ਵਿੱਚ ਵੀ ਜਿਹੜੀ ਏ ਆ ਉਹ ਵੱਡੀ ਆ, ਬੀ ਛੋਟੀ ਹੈ, ਤਾਂ ਇਹ ਵੀ ਮੀਡੀਅਮ ਪਲਾਂਟ ਬਣ ਜੂਗਾ। ਇਹਦੇ ਵਿੱਚ ਵੀ ਏ ਛੋਟੀ ਬੀ ਵੱਡੀ ਤਾਂ ਮੀਡੀਅਮ ਪਲਾਂਟ, ਠੀਕ ਹੈ। ਇਹਦੇ ਵਿੱਚ ਦੋਨੇ ਛੋਟੇ ਨੇ ਇਸ ਲਈ ਮੀਡੀਅਮ ਨਹੀਂ ਬਣੂਗਾ। ਹੁਣ ਇਹ ਆਪਣੇ ਕੋਲ ਬਣ ਗਏ ਜਿਹੜੇ ਵੀ ਮੀਡੀਅਮ ਪਲਾਂਟਸ ਬਣਨੇ ਸੀਗੇ, ਠੀਕ ਹੈ। ਹੁਣ ਆਪਾਂ ਦੇਖ ਲੈਂਦੇ ਹਾਂ ਕਿ ਜਿਹੜੇ ਪਲਾਂਟਸ ਨੇਗੇ ਲੌਂਗ ਬਣਨਗੇ, ਮਤਲਬ ਕਿ ਜਿਹਦੇ ਵਿੱਚ ਜਿਹੜੀ ਏ ਅਤੇ ਬੀ ਆ ਉਹ ਦੋਨੇ ਐਕਸਪ੍ਰੈਸ ਕਰਨਗੇ। ਹੁਣ ਇਹ ਦੇਖੋ ਏ ਅਤੇ ਬੀ ਹੈ ਇਸ ਲਈ ਲੌਂਗ ਬਣੂਗਾ, ਇਹਦੇ ਵਿੱਚ ਵੀ, ਇਹਦੇ ਵਿੱਚ ਵੀ, ਠੀਕ ਹੈ। ਸਿੰਪਲ ਆਪਾਂ ਇਹੀ ਦੇਖਣਾ ਵੀ ਜਿਹੜੇ ਏ ਅਤੇ ਬੀ ਦੋਨੇ ਕਰੈਕਟਰ, ਮਤਲਬ ਕਿ ਦੋਨੇ ਡੋਮੀਨੈਂਟ ਕਰੈਕਟਰ ਇੱਕ ਦੇ ਵਿੱਚ ਆ ਰਹੇ ਨੇ ਤਾਂ ਉਹ ਲੈਂਥ ਨੂੰ ਜਿਹੜੇ ਨੇ ਇਨਕਰੀਜ਼ ਕਰ ਦੇਣਗੇ।
ਵੀ, ਠੀਕ ਹੈ। ਹੁਣ ਜਿਹੜਾ ਆਹ ਇੱਕ ਲਾਸਟ ਕੇਸ ਇਹ ਆਪਣੇ ਕੋਲ ਬਚ ਗਿਆ, ਇਹਦੇ ਵਿੱਚ ਹੈਗਾ ਕਿ ਦੋਨੇ ਛੋਟੇ ਨੇ। ਹੁਣ ਨਾ ਤਾਂ ਦੋਨੇ ਵੱਡੇ ਨੇ ਨਾ ਇੱਕ ਵੱਡਾ, ਦੋਨੇ ਛੋਟੇ ਨੇ। ਹੁਣ ਇਹਦੇ ਵਿੱਚ ਕੀ ਆਊਗੀ, ਆਹ ਵਾਲਾ ਕੇਸ, ਠੀਕ ਹੈ। ਤਾਂ ਇਹ ਓਵਲਨੈਸ ਬਣ ਜੂਗੀ। ਅਤੇ ਹੁਣ ਆਪਾਂ ਇਹਦੀ ਰੇਸ਼ੋ ਦੇਖ ਲੈਂਦੇ ਹਾਂ, ਲੰਬੇ ਕਿੰਨੇ ਨੇ, 1 2 3 4 5 6 7 8 9, ਤਾਂ ਇਹਦੀ ਰੇਸ਼ੋ 9 ਆ ਗਈ। ਉਸ ਤੋਂ ਬਾਅਦ ਜਿਹੜੇ ਮੀਡੀਅਮ ਸਾਈਜ਼ ਨੇ 1 2 3 4 5 6, ਤਾਂ ਉਹਦੀ 6 ਆ ਗਈ, ਅਤੇ ਇੱਕ ਰਿਸੈਸਿਵ ਆ ਉਹਦੀ 1 ਆ ਗਈ। ਅਤੇ ਆਪਾਂ ਵੀ ਇਹ ਦੇਖਿਆ ਸੀ ਰੇਸ਼ੋ ਜਿਹੜੀ ਇੱਦਾਂ ਆਉਂਦੀ ਹੈ, ਠੀਕ ਹੈ। ਤਾਂ ਹੁਣ ਆਪਾਂ ਇਸ ਚੀਜ਼ ਨੂੰ ਇੱਕ ਇਗਜ਼ਾਮਪਲ ਦੇਖੋ ਕਿ ਇਹਦਾ ਆਪਾਂ ਕ੍ਰੋਸ ਨਹੀਂ ਬਣਾਵਾਂਗੇ, ਜਸਟ ਇੱਕ ਇਗਜ਼ਾਮਪਲ ਤੌਰ 'ਤੇ, ਤਾਂ ਕਿ ਚੰਗੀ ਤਰ੍ਹਾਂ ਸਮਝ ਆ ਜਾਵੇ। ਇੱਕ ਜਿਹੜੀ ਡਰੋਸੋਫਿਲਾ ਸੀਗੀ, ਡਰੋਸੋਫਿਲਾ ਮੱਖੀ ਹੁੰਦੀ ਆ, ਠੀਕ ਹੈ। ਉਹਦੀ ਆਪਾਂ ਇੱਕ ਆਈ ਕਲਰ ਲੈ ਰਹੇ ਹਾਂ ਰੈੱਡ, ਠੀਕ ਹੈ। ਉਹਦੇ ਵਿੱਚ ਇੱਕ ਸੀ ਜਿਹੜੀ ਉਹਦਾ ਤਾਂ ਰੈੱਡ ਕਲਰ ਸੀਗਾ, ਠੀਕ ਹੈ। ਇੱਕ ਦਾ ਵਾਈਟ ਕਲਰ ਸੀਗਾ, ਮਤਲਬ ਕਿ ਦੋ ਆਪਾਂ ਪਲਾਂਟਸ ਲਏ, ਪੇਰੈਂਟਸ ਲਏ, ਜਿਹਦੀ ਇੱਕ ਮੱਖੀ ਸੀਗੀ ਜਿਹਦੀਆਂ ਅੱਖਾਂ ਲਾਲ ਸੀ ਅਤੇ ਇੱਕ ਦੀਆਂ ਵਾਈਟ ਸੀਗੀਆਂ, ਠੀਕ ਹੈ। ਜਦ ਆਪਾਂ ਉਹਨਾਂ ਦੋਨਾਂ ਨੂੰ ਕ੍ਰੋਸ ਕਰਵਾਵਾਂਗੇ ਤਾਂ ਇਹੋ ਜਿਹੀਆਂ ਕੰਡੀਸ਼ਨਸ ਬਣਨਗੀਆਂ। ਜਿਵੇਂ ਹੁਣ ਆਪਾਂ ਇਹਦੇ ਨਾਲ ਇਗਜ਼ਾਮਪਲ ਥੋੜ੍ਹੀ ਜਿਹੀ ਕੰਪੇਅਰ ਕਰ ਲੈਂਦੇ ਹਾਂ ਕਿ ਏ ਬੀ, ਇਹਨੂੰ ਆਪਾਂ ਏ ਬੀ ਲੈ ਲੈਂਦੇ ਹਾਂ ਰੈੱਡ ਨੂੰ, ਠੀਕ ਹੈ। ਤਾਂ ਦੂਜੇ ਨੂੰ ਵਾਈਟ ਨੂੰ ਛੋਟਾ ਏ ਬੀ, ਠੀਕ ਹੈ। ਇਹਦੇ ਨਾਲ ਹੀ ਆਪਾਂ ਕੰਪੇਅਰ ਕਰਕੇ ਚੱਲਦੇ ਹਾਂ ਕਿ ਆਪਾਂ ਇੱਕ ਡਰੋਸੋਫਿਲਾ ਮੱਖੀ ਲਈ ਜਿਹਦੀ ਰੈੱਡ ਸੀਗੀ ਉਹਦੇ ਵਿੱਚ ਡੋਮੀਨੈਂਟ ਕਰੈਕਟਰ ਸੀਗਾ ਅਤੇ ਵਾਈਟ ਦੇ ਵਿੱਚ ਰਿਸੈਸਿਵਿਟੀ ਸੀਗਾ। ਤਾਂ ਉਹਦੇ ਵਿੱਚ ਹੁਣ ਇੱਕ ਤਾਂ ਰੈੱਡ ਬਣ ਜੂਗਾ ਪਲੱਸ ਵਾਈਟ ਪਲੱਸ ਡਾਰਕ ਰੈੱਡ, ਠੀਕ ਹੈ। ਤਾਂ ਉਹਦੇ ਵਿੱਚ ਮਤਲਬ ਕਿ ਆਹ 3 ਕੇਸ ਬਣ ਜਾਣਗੇ। ਜਿਵੇਂ ਆਪਾਂ ਇਹਦੇ ਵਿੱਚ ਦੇਖਿਆ ਨਾ ਕਿ ਮੀਡੀਅਮ ਲਾਰਜ, ਹੁਣ ਜੇ ਤਾਂ ਜਿਹੜਾ ਏ ਜਾਂ ਬੀ ਆ, ਹੈ ਨਾ, ਮਤਲਬ ਕਿ ਇੱਕ ਡੋਮੀਨੈਂਟ ਕਰੈਕਟਰ ਆ ਜਾਵੇ ਤਾਂ ਉਹਨੂੰ ਆਪਾਂ ਕਹਾਂਗੇ ਕਿ ਉਹ ਰੈੱਡ ਬਣਦਾ। ਮਤਲਬ ਕਿ ਜੇ ਇੱਕ ਡੋਮੀਨੈਂਟ ਕਰੈਕਟਰ ਆ ਜਾਵੇ ਤਾਂ ਰੈੱਡ ਬਣ ਜੂਗਾ, ਜੇ ਰਿਸੈਸਿਵ ਆ ਜਾਵੇ ਤਾਂ ਵਾਈਟ ਬਣ ਜੂਗਾ, ਠੀਕ ਹੈ, ਰਿਸੈਸਿਵ। ਅਤੇ ਜੇ ਡਾਰਕ ਰੈੱਡ ਅੱਖਾਂ ਵਾਲਾ ਕੋਈ ਵੀ ਪ੍ਰੋਜਨੀ ਪ੍ਰੋਡਿਊਸ ਹੁੰਦੀ ਹੈ ਤਾਂ ਮਤਲਬ ਉਹਦੇ ਵਿੱਚ ਦੋਨੇ ਡੋਮੀਨੈਂਸ ਨੇ, ਠੀਕ ਹੈ। ਤਾਂ ਇੱਦਾਂ ਹੁੰਦਾ ਕਿ ਇਹਦੇ ਵਿੱਚ ਜਿਹੜਾ ਆਹ 2 ਕਰੈਕਟਰ ਨੇ ਇਹ ਜੇ ਇੱਕ ਇੱਕ ਦੇ ਵਿੱਚ ਪ੍ਰੋਡਿਊਸ ਹੋਣ, ਮਤਲਬ ਕਿ ਅਲੱਗ ਅਲੱਗ ਪਏ ਹੋਣ, ਜਿਵੇਂ ਏ ਅਤੇ ਬੀ ਆਹ ਇਹ ਸੇਮ ਇਫੈਕਟ ਪ੍ਰੋਡਿਊਸ ਕਰਨਗੇ ਕਿ ਦੋਨਾਂ ਨਾਲ ਜਿਹੜਾ ਰੈੱਡ ਆ ਉਹੀ ਪ੍ਰੋਡਿਊਸ ਹੋਊਗਾ। ਬਟ ਜੇ ਇਹ ਦੋਨੇ ਇੱਦਾਂ ਇਕੱਠੇ ਪਏ ਹੋਣ ਤਾਂ ਉਹ ਕੀ ਕਰੂਗਾ, ਡਾਰਕ ਰੈੱਡ ਆਈਜ਼ ਬਣਾ ਦੂਗਾ। ਅਤੇ ਇਹੀ ਸੀਗੀ ਇਹਦੀ ਪੋਲੀਜੈਨਿਕ ਐਕਸ਼ਨ ਦੇ ਵਿੱਚ। ਹੁਣ ਆਪਣਾ ਸਾਰਾ ਟੋਪਿਕ ਕੰਪਲੀਟ ਹੋ ਚੁੱਕਿਆ ਜੀਨ ਇੰਟਰੈਕਸ਼ਨ ਦਾ। ਥੈਂਕ ਯੂ।